ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸੱਚ ਹੋਵੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਨੰਦ ਵਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ। ਆਨੰਦ ਵਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ। ਪੂਰ ਸਮਗਰੀ ਪੂਰੇ ਠਾਕੁਰ ਕੀ ਭਰ ਪੁਰ ਧਾਰ ਰਹੀ ਸੋਭਾ ਜਾਂ ਕੀ। ਰਹਾਉ ਨਾਮ ਨਿਧਾਨ ਜਾਂ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਏ। ਜੀ ਜੰਤ ਸਭ ਤਾਂ ਕੈ ਹਾਥ ਰਬ ਰਹਿਆ ਪ੍ਰਭ ਸਭ ਕੈ ਸਾਥ। ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ। ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 376 ਅੰਗ ਤੇ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਆਨੰਦ ਵਿਨੋਦ ਭਰੇ ਪੁਰ ਧਾਰਿਆ
ਜਿਸ ਪਰਮੇਸ਼ਰ ਦੇ ਆਨੰਦ ਦਾ ਇੱਕ ਬਨੋਦ ਕੌਤਕ ਹਨ। ਜਿਸ ਪਰਮੇਸ਼ਰ ਦੇ ਕਿ ਆਨੰਦ ਦਾ ਇੱਕ ਕੌਤਕ ਹਨ, ਅਚਰਜ ਤਮਾਸ਼ੇ ਹਨ। ਜਿਸ ਪਰਮੇਸ਼ਰ ਦੇ ਭਰੇ ਪੁਰ ਧਾਰਿਆ, ਤੇ ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਆਸਰੇ ਧਾਰਨ ਕੀਤਾ ਹੈ। ਉਹ ਸਾਰਿਆਂ ਵਿੱਚ ਭਰੇ ਪੁਰ ਲਵਾ ਲਵ ਪੂਰਨ ਭਰਿਆ ਹੋਇਆ ਹੈ। ਜਿਸ ਪਰਮੇਸ਼ਰ ਨੇ ਕਿ ਕੌਤਕ ਕਰਕੇ ਇਹ ਸੰਸਾਰ ਦੀ ਰਚਨਾ ਰਚੀ ਹੈ, ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਆਸਰੇ ਧਾਰਨ ਕੀਤਾ ਹੈ, ਆਪਣੇ ਆਸਰੇ ਰੱਖਣਾ ਕੀਤਾ ਹੈ, ਉਹ ਪਰਮੇਸ਼ਰ ਸਾਰਿਆਂ ਵਿੱਚ ਲਵਾ ਲਵ ਪੂਰਨ ਭਰਿਆ ਹੋਇਆ ਹੈ, ਹਰੇਕ ਜੀਵ ਦੇ ਵਿੱਚ ਵਸ ਰਿਹਾ ਹੈ। ਕਿ ਪਰਮੇਸ਼ਰ ਹੈ ਜੋ ਹਰ ਇੱਕ ਦੇ ਵਿੱਚ ਵਸ ਰਿਹਾ ਹੈ। ਆਪਣਾ ਕਾਰਜ ਕਿ ਆਪਣੇ ਸੰਸਾਰ ਰੂਪੀ ਕਾਰਜ ਕੰਮ ਨੂੰ ਪਰਮੇਸ਼ਰ ਨੇ ਆਪ ਹੀ ਸਵਾਰਨਾ ਕੀਤਾ ਹੈ। ਜਿਹੜੀ ਇਹ ਸ੍ਰਿਸ਼ਟੀ ਬਣਾਈ ਹੈ, ਕਿ ਇਸ ਬਣਾਉਣ ਰੂਪੀ ਸ੍ਰਿਸ਼ਟੀ ਨੂੰ ਆਪ ਹੀ ਇਸ ਕਾਰਜ ਨੂੰ ਸਵਾਰਨਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਜਗਿਆਸੂ ਨੂੰ ਆਪਣੇ ਸਰੂਪ ਵਿੱਚ ਮਿਲਾਉਣ ਰੂਪੀ ਕਾਰਜ ਨੂੰ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਉਪਦੇਸ਼ ਦੇ ਕੇ ਆਪ ਦੀ ਪ੍ਰਾਪਤੀ ਰੂਪ ਸਵਾਰਿਆ ਹੈ। ਉਸ ਪਰਮੇਸ਼ਰ ਨੇ ਇਸ ਜੀਵ ਨੂੰ ਆਪਣੇ ਸਰੂਪ ਵਿੱਚ ਮਿਲਾਉਣ ਲਈ, ਪਰਮੇਸ਼ਰ ਨੇ ਇੱਕ ਮਿਕ ਜੀਵ ਨੂੰ ਆਪਣੇ ਵਿੱਚ ਕਰਨ ਲਈ ਕਿ ਆਤਮਾ ਪ੍ਰਾਤਮਾ ਏਕੋ ਕਰੈ, ਇਹ ਜੀਵ ਦੀ ਆਤਮਾ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾਉਣ ਲਈ ਇਹ ਕਾਰਜ ਆਪ ਗੁਰੂ ਸਰੂਪ ਹੋ ਕੇ ਨਾਮ ਉਪਦੇਸ਼ ਦੇ ਕੇ ਆਪ ਦੀ ਪ੍ਰਾਪਤੀ ਰੂਪ ਸਵਾਰਨਾ ਕੀਤਾ ਹੈ। ਪੂਰ ਸਮਗਰੀ ਪੂਰੇ ਠਾਕੁਰ ਕੀ, ਭਰਪੁਰ ਧਾਰ ਰਹੀ ਸੋਭ ਜਾ ਕੀ ਰਹਾਉ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪੂਰ ਸਮਗਰੀ ਪੂਰੇ ਠਾਕੁਰ ਕੀ। ਪੂਰਨ ਠਾਕੁਰ ਸੁਆਮੀ ਪਰਮੇਸ਼ਰ ਦੀ ਗਿਆਨ ਰੂਪੀ ਸਮਗਰੀ ਪੂਰੀ ਹੈ। ਜਿਹੜੀ ਗਿਆਨ ਰੂਪੀ ਸਮਗਰੀ ਹੈ ਉਹ ਪੂਰੇ ਠਾਕੁਰ ਦੀ ਉਹ ਪੂਰੀ ਹੈ। ਜਿਸ ਠਾਕੁਰ ਜਿਸ ਪਰਮਾਤਮਾ ਦੀ ਚੇਤਨ ਸਤਾ ਰੂਪ ਜੋਤ ਧਾਰੀ ਹੋਈ ਹੈ, ਜਿਸ ਠਾਕੁਰ ਪਰਮਾਤਮਾ ਦੀ ਚੇਤਨ ਸਤਾ ਰੂਪ ਜੋਤ ਧਾਰੀ ਹੋਈ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਉਸ ਪਰਮੇਸ਼ਰ ਨੂੰ ਪਛਾਨਣਾ ਕਰ। ਅਤੇ ਜਿਸ ਦੀ ਸੋਭ ਜਾਂ ਕਿ ਜਿਸ ਦੀ ਸੋਭਾ ਵੀ ਸਾਰੇ ਭਰਪੁਰ ਲਵਾ ਲਵ ਭਰੀ ਹੋਈ ਹੈ, ਉਸ ਪਰਮੇਸ਼ਰ ਨੂੰ ਜਾਣਨਾ ਕਰ। ਉਹ ਪਰਮੇਸ਼ਰ ਬੜਾ ਹੀ ਦਿਆਲੂ ਕਿਰਪਾਲੂ ਹੈ। ਨਾਮ ਨਿਧਾਨ ਜਾਂ ਕੀ ਨਿਰਮਲ ਸੋਏ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਸ ਪਰਮੇਸ਼ਰ ਦੀ ਮਾਇਆ ਮਲ ਤੋਂ ਰਹਿਤ ਨਿਰਮਲ ਸੁੱਧ ਉਜਲ ਸੋਭਾ ਹੈ, ਨਾਮ ਨਿਧਾਨ ਜਾਂ ਕੀ ਨਿਰਮਲ ਸੋਏ, ਆਪੇ ਕਰਤਾ ਆਵਰ ਨਾ ਕੋਏ। ਕਿ ਇਹ ਭਾਈ, ਜਿਸ ਪਰਮੇਸ਼ਰ ਦੀ ਮਾਇਆ ਮਲ ਤੋਂ ਰਹਿਤ ਨਿਰਮਲ ਸੁੱਧ ਉਜਲ ਸੋਭਾ ਹੈ, ਵਡਿਆਈ ਹੈ, ਕਿ ਨਾਮ ਨਿਧਾਨ ਉਸ ਦਾ ਨਾਮ ਰਿੱਧੀਆਂ ਸਿੱਧੀਆਂ ਮੁਕਤੀਆਂ ਚਾਰ ਪਦਾਰਥਾਂ ਦਾ ਖਜ਼ਾਨਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਉਹ ਪਰਮੇਸ਼ਰ ਆਪ ਹੀ ਸਾਰੇ ਜਗਤ ਦਾ ਕਰਤਾ ਰਚਨਹਾਰ ਪੈਦਾ ਕਰਨ ਵਾਲਾ ਹੈ। ਆਵਰਨਾ ਕੋਏ, ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ। ਪਰਮੇਸ਼ਰ ਹੀ ਜਗਤ ਨੂੰ ਪੈਦਾ ਕਰਦਾ ਹੈ। ਉਸ ਪਰਮੇਸ਼ਰ ਤੋਂ ਬਿਨਾਂ ਜਗਤ ਨੂੰ ਰਚਨਹਾਰ ਹੋਰ ਕੋਈ ਵੀ ਨਹੀਂ ਹੈ। ਜੀ ਜੰਤ ਤਾਂ ਕੈ ਹਾਥ, ਜਿਤਨੇ ਵੀ ਜੀਵ ਜੰਤ ਛੋਟੇ ਵੱਡੇ ਸਰਬ ਜੀਵ ਪੈਦਾ ਕੀਤੇ ਹਨ ਪਰਮੇਸ਼ਰ ਨੇ, ਤਾਂ ਕੈ ਹਾਥ ਸਭ ਕੁਝ ਉਸ ਪਰਮੇਸ਼ਰ ਦੇ ਹੱਥ ਵਿੱਚ ਰੱਖੇ ਹੋਏ ਹਨ। ਜੀ ਜੰਤ ਸਭ ਤਾਂ ਕੈ ਹਾਥ, ਜਿਤਨੇ ਵੀ ਜੀ ਜੰਤ ਵੱਡੇ ਛੋਟੇ ਸਰਬ ਜੀਵ ਪੈਦਾ ਕੀਤੇ ਹਨ,
ਉਹ ਸਾਰੇ ਉਸ ਪਰਮੇਸ਼ਰ ਦੇ ਹੱਥ ਵਿੱਚ ਰੱਖੇ ਹੋਏ ਹਨ ਕਿ ਹੇ ਭਾਈ ਰਬ ਰਹਿਆ ਪ੍ਰਭ ਸਭ ਕੈ ਸਾਥ। ਉਹ ਪ੍ਰਭ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਸਾਥ, ਸਾਰਿਆਂ ਦਾ ਸੰਗੀ ਹੋ ਕੇ ਵਿਆਪਕ ਹੋ ਰਿਹਾ ਹੈ। ਉਹ ਪਰਮੇਸ਼ਰ ਸਾਰਿਆਂ ਦਾ ਸਾਥ ਦੇਣ ਵਾਲਾ ਹੈ, ਨਾਲ ਰਹਿ ਰਿਹਾ ਹੈ ਤੇ ਸਾਰਿਆਂ ਦਾ ਸੰਗੀ ਹੋ ਕੇ ਵਿਆਪਕ ਹੋ ਰਿਹਾ ਹੈ ਤੇ ਅੰਦਰ ਹੀ ਵਸ ਰਿਹਾ ਹੈ ਤੇ ਰੱਖਿਆ ਕਰ ਰਿਹਾ ਹੈ। ਪੂਰਾ ਗੁਰ ਪੂਰੀ ਬਣਤ ਬਣਾਈ। ਪੂਰਾ ਪੂਰਨ ਸਤਿਗੁਰੂ ਸਾਹਿਬ ਜੀ ਨੇ ਭਾਣਾ ਮੰਨਣ, ਲਿਵ ਲਾਉਣ, ਹਉਮੈ ਦਾ ਤਿਆਗ ਕਰਾ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਪੂਰਨ ਬਣਤ, ਬਰਤਨ, ਬਣਾਵਟ ਬਣਾਉਣਾ ਕੀਤੀ ਹੈ। ਪੂਰਾ ਗੁਰ ਪੂਰੀ ਬਣਤ ਬਣਾਈ ਕਿ ਪੂਰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਣਾ ਮੰਨਣ, ਲਿਵ ਲਾਉਣ, ਹਉਮੈ ਦਾ ਤਿਆਗ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਪੂਰੀ ਬਣਤ ਬਣਾਉਣਾ ਕੀਤੀ ਹੈ। ਨਾਨਕ ਸਤਿਗੁਰ ਮਿਲੀ ਵਡਿਆਈ। ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਭਗਤ ਜਨਾਂ ਨੇ, ਸੇਵਕ ਜਨਾਂ ਨੇ ਹੀ ਵਡਿਆਈ ਸੋਭਾ ਪਾਉਣਾ ਕੀਤੀ ਹੈ। ਨਾਨਕ ਭਗਤ ਮਿਲੀ ਵਡਿਆਈ। ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਭਗਤ ਜਨਾਂ ਨੂੰ, ਸੇਵਕ ਜਨਾਂ ਨੂੰ ਹੀ ਵਡਿਆਈ ਸੋਭਾ ਪ੍ਰਾਪਤ ਹੋਈ ਹੈ। ਜੋ ਪਰਮੇਸ਼ਰ ਦੀ ਭਗਤੀ ਕਰਦੇ ਹਨ, ਵਡਿਆਈ ਕਰਦੇ ਹਨ, ਮਹਿਮਾ ਕਰਦੇ ਹਨ, ਨਾਮ ਜਪਦੇ ਹਨ, ਫਿਰ ਉਹਨਾਂ ਨੂੰ ਹੀ ਵਡਿਆਈ ਦਰਗਾਹ ਦੇ ਵਿੱਚ ਮਿਲਦੀ ਹੈ। ਆਸਾ ਮਹੱਲਾ ਪੰਜਵਾ। ਗੁਰ ਕੈ ਸ਼ਬਦ ਬਨਾਵਹੁ ਇਹੋ ਮਨ, ਗੁਰ ਕਾ ਦਰਸ਼ਨ ਸੰਚੋ ਹਰ ਧਨ। ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ। ਅਤ ਪ੍ਰੀਤਮ ਮੋਹੇ ਲਾਗੈ ਨਾਉ, ਰਹਾਉ। ਤ੍ਰਿਪਤ ਅਗਾਵਨ ਸਾਚੈ ਨਾਈ, 68 ਮੰਜਨ ਸੰਤ ਤੂਰਾਏ। ਸਭ ਮੈਂ ਜਾਨੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ। ਦਾਸ ਸਗਲ ਕਾ ਛੋੜ ਅਭਿਮਾਨ, ਨਾਨਕ ਕੋ ਗੁਰ ਦੀਨੋ ਦਾਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨਾਮ ਦੀ ਵਡਿਆਈ ਕਰਦੇ ਹਨ ਇਸ ਸ਼ਲੋਕ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਗੁਰ ਕੈ ਸ਼ਬਦ ਬਨਾਵੋ ਇਹੋ ਮਨ। ਕਹਿਣ ਲੱਗੇ ਹੈ ਭਾਈ, ਸਤਿਗੁਰੂ ਸਾਹਿਬ ਜੀ ਦੇ ਸ਼ਬਦ, ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ, ਜੋ ਬਾਣੀ ਹੈ, ਬਾਣੀ ਦੇ ਸ਼ਬਦ ਹਨ, ਸ਼ਬਦ ਜੋ ਵੀ ਉਪਦੇਸ਼ ਦਿੰਦੇ ਹਨ ਉਹ ਕਮਾਈ ਕਰਕੇ ਬਨਾਵੋ ਇਹੋ ਮਨ, ਇਹੋ ਚੰਚਲ ਮਨ ਨੂੰ ਇਸਤਤ ਕਰ ਰੂਪੀ ਸੁੱਧ ਬਣਾਉਣਾ ਕਰੋ। ਮਹਾਰਾਜ ਜੀ ਬੜੇ ਹੀ ਵਿਸਥਾਰ ਦੁਆਰਾ ਸਮਝਾ ਰਹੇ ਹਨ ਕਿ ਗੁਰ ਕੈ ਸ਼ਬਦ ਬਨਾਵੋ ਇਹੋ ਮਨ। ਹੇ ਭਾਈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਜੋ ਉਪਦੇਸ਼ ਦੇ ਰਹੀ ਹੈ ਬਾਣੀ, ਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਬਨਾਵੋ ਇਹੋ ਮਨ, ਕਿ ਇਹ ਮਨ, ਇਹ ਚੰਚਲ ਮਨ ਨੂੰ ਇਸਤਤ ਕਰਨ ਰੂਪ, ਟਿਕਾਉਣ ਰੂਪ ਸੁੱਧ ਬਣਾਉਣਾ ਕਰੋ। ਜਦ ਇਹ ਮਨ ਟਿਕ ਜਾਏਗਾ ਤਾਂ ਇਹ ਸੁੱਧ ਹੋ ਜਾਏਗਾ। ਇਹ ਮਨ ਹੈ ਜਿਹੜਾ, ਇਹ ਰੁਕਦਾ ਨਹੀਂ। ਸਰੀਰ ਕਿਤੇ ਹੋਰ ਹੁੰਦਾ ਹੈ, ਮਨ ਕਿਤੇ ਹੋਰ ਕੰਮ ਕਰੀ ਜਾਂਦਾ ਹੈ। ਜੇ ਇਹ ਮਨ ਟਿਕ ਗਿਆ ਤਾਂ ਇਹ ਸੁੱਧ ਹੋ ਜਾਂਦਾ ਹੈ। ਮਨ ਚੰਚਲ ਹੋਣ ਕਰਕੇ ਦਸੇ ਦਿਸ਼ਾਵਾਂ ਦੇ ਵਿੱਚ ਦੌੜਦਾ ਰਹਿੰਦਾ ਹੈ। ਦੌੜਨ ਦੇ ਨਾਲ ਨਾ ਕੋਈ ਕੰਮ ਹੁੰਦਾ ਹੈ, ਪਰ ਇਹਦਾ ਜੋ ਟਿਕਣ ਤੋਂ ਬਿਨਾਂ
ਪਰਮੇਸ਼ਰ ਦੇ ਨਾਲ ਲਿਵਰਤੀ ਨਹੀਂ ਲੱਗਦੀ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਇਸ ਚੰਚਲ ਮਨ ਨੂੰ ਇਸਤਤ ਕਰਨ ਰੂਪ, ਇਕੱਤਰ ਕਰ ਰੂਪ, ਟਿਕਾਉਣ ਰੂਪ ਸੁੱਧ ਬਣਾਉਣਾ ਕਰੋ ਅਤੇ ਗੁਰ ਕਾ ਦਰਸ਼ਨ ਸੰਚੋ ਹਰ ਧਨ। ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਕਰਕੇ, ਪੂਰੇ ਗੁਰੂ ਦਾ ਦਰਸ਼ਨ ਦੀਦਾਰ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਹਿਰਦੇ ਵਿੱਚ ਸੰਚੋ, ਇਕੱਤਰ ਕਰੋ, ਇਕੱਠਾ ਕਰੋ ਕਿ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਮਨ ਨੂੰ ਸੁੱਧ ਕਰੋ, ਸੁੱਧ ਬਣਾਉਣਾ ਕਰੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਬਾਣੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਹਿਰਦੇ ਵਿੱਚ ਇਕੱਤਰ ਕਰੋ, ਇਕੱਠਾ ਕਰੋ। ਜਿਹੜਾ ਪਰਲੋਕ ਦੇ ਰਸਤੇ ਕੰਮ ਆਏਗਾ, ਦਰਗਾਹ ਦੇ ਵਿੱਚ ਕੰਮ ਆਏਗਾ। ਜੋ ਪੁੰਨ ਦਾਨ ਕੀਤੇ ਹਨ, ਪੁੰਨ ਦਾਨ ਜੋ ਬੀਜਦੇ ਧਰਮ ਰਾਏ ਕੈ ਜਾਹੀ, ਧਰਮ ਰਾਜ ਰਾਹ ਵਿੱਚ ਹੀ ਖੋਹ ਲੈਂਦਾ ਹੈ। ਪਰ ਜਿਹੜਾ ਨਾਮ ਹੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ, ਉਹਨੂੰ ਪਾਣੀ ਵੀ ਡੋਬ ਨਹੀਂ ਸਕਦਾ, ਅੱਗ ਵੀ ਸਾੜ ਨਹੀਂ ਸਕਦੀ, ਚੋਰ ਵੀ ਚੋਰੀ ਨਹੀਂ ਕਰ ਸਕਦਾ, ਉਹ ਜੀਵ ਦੇ ਨਾਲ ਜਾਂਦਾ ਹੈ। ਪਰ ਜਿਹੜਾ ਪੁੰਨ ਦਾਨ ਕੀਤਾ ਹੁੰਦਾ ਹੈ, ਰਾਹ ਦੇ ਵਿੱਚ ਕਠਿਨ ਰਸਤੇ ਹੁੰਦੇ ਹਨ, ਉੱਥੇ ਇਸ ਜੀਵ ਤੋਂ ਖੋਹਿਆ ਜਾਂਦਾ ਹੈ, ਨਾਮ ਇਸ ਦੇ ਨਾਲ ਜਾਂਦਾ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਗੁਰ ਕਾ ਦਰਸ਼ਨ ਸੰਚੋ ਹਰ ਧਨ। ਹੇ ਭਾਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਤੇ ਗੁਰੂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰੋ। ਊਤਮ ਮਤ ਮੇਰਾ ਹਿਰਦੈ ਤੂੰ ਆਓ। ਮਹਾਰਾਜ ਜੀ ਕਹਿਣ ਲੱਗੇ, ਹੇ ਊਤਮ ਸ੍ਰੇਸ਼ਟ ਬੁੱਧੀ ਭਾਵ ਆਤਮਾ ਵਿਸ਼ੈਣੀ ਬੁੱਧੀ, ਤੂੰ ਸਾਡੇ ਹਿਰਦੇ ਵਿੱਚ ਆ ਕੇ ਪ੍ਰਾਪਤ ਹੋ। ਜੇ ਸੁੱਧ ਬੁੱਧੀ ਹਿਰਦੇ ਵਿੱਚ ਪ੍ਰਾਪਤ ਹੋ ਜਾਏ ਤਾਂ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਅਤੇ ਧਿਆਵੋ ਗਾਵੋ ਗੁਣ ਗੋਬਿੰਦਾ। ਕਿ ਸੁੱਧ ਬੁੱਧੀ ਆਤਮ ਵਿਸ਼ੈਣੀ ਜੇ ਹਿਰਦੇ ਵਿੱਚ ਆ ਕੇ ਪ੍ਰਾਪਤ ਹੋ ਜਾਏ, ਜਿਸ ਕਰਕੇ ਮੈਂ ਪਰਮੇਸ਼ਰ ਦੇ ਗੁਣਾਂ ਨੂੰ ਧਿਆਤਾ ਕਰ ਬਿਰਤੀ ਕਰਕੇ ਧਿਆਉਣਾ ਕਰਾਂ ਕਿ ਪਰਮੇਸ਼ਰ ਦਾ ਨਾਮ ਸੁੱਧ ਬੁੱਧੀ ਆਤਮ ਵਿਸ਼ੈਣੀ ਹਿਰਦੇ ਵਿੱਚ ਆ ਜਾਵੇ। ਉਸੇ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ। ਕਿਉਂਕਿ ਅਤ ਪ੍ਰੀਤਮ ਮੋਹਿ ਲਾਗੈ ਨਾਉ, ਪ੍ਰੀਤਮ ਅਤ ਪ੍ਰੀਤਮ ਮੋਹਿ ਲਾਗੈ ਨਾਉ, ਕਿ ਜੋ ਪ੍ਰੀਤ ਰੂਪ ਰਸਨਾ ਨਾਲ ਗਾਉਣਾ ਕਰਾਂ ਕਿ ਮੈਨੂੰ ਪਰਮੇਸ਼ਰ ਦਾ ਨਾਮ ਅਤਿਅੰਤ ਹੀ ਪ੍ਰੀਤਮ ਪਿਆਰਾ ਲੱਗਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਤ੍ਰਿਪਤ ਅਗਾਵਨ ਸਾਚੈ ਨਾਏ, 68 ਮੱਜਨ ਸੰਤ ਧੂਰਾਏ। ਤ੍ਰਿਪਤ ਅਗਾਵਨ ਸਾਚੈ ਨਾਏ, ਪਰਮੇਸ਼ਰ ਦੇ ਸੱਚੇ ਨਾਮ ਕਰਕੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਈਦਾ ਹੈ ਅਤੇ ਸਵਰਗ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਵਨ ਰੱਜ ਜਾਈਦਾ ਹੈ। 68 ਮੱਜਨ ਸੰਤ ਧੂਰਾਏ, ਕਿ ਜਿਹੜੇ ਸ੍ਰੇਸ਼ਟ 68 ਤੀਰਥ ਮੰਨੇ ਹਨ, ਨਾਮ ਜਪਣ ਕਰਕੇ ਉਹਨਾਂ ਪੁਰਬਾਂ ਦਾ ਇਸ਼ਨਾਨ ਹੋ ਜਾਂਦਾ ਹੈ। ਤ੍ਰਿਪਤ ਅਗਾਵਨ ਸਾਚੈ ਨਾਏ, 68 ਮੱਜਨ ਸੰਤ ਧੂਰਾਏ, ਕਿ ਪਰਮੇਸ਼ਰ ਦੇ ਸੱਚੇ ਨਾਮ ਕਰਕੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਈਦਾ ਹੈ ਅਤੇ ਸਵਰਗ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਵਨ ਰੱਜ ਗਏ ਹਾਂ। 68 ਮੱਜਨ ਸੰਤ ਧੂਰਾਏ, ਕਿ ਤ੍ਰਿਪਤੀ ਕਰਕੇ ਰੱਜ ਗਏ ਹਾਂ ਸੰਤ ਸ੍ਰੇਸ਼ਟ ਜਨਾਂ ਦੇ ਚਰਨ ਧੂੜ ਵਿੱਚ, ਸਾਧੂ ਮਹਾਤਮਾ ਦੀ ਸਤ ਸੰਗਤ ਦੀ ਚਰਨ ਧੂੜ ਵਿੱਚ 68 ਤੀਰਥ
ਕਿ 68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਹੋ ਜਾਂਦਾ ਹੈ ਸਤ ਸੰਗਤ ਦੇ ਵਿੱਚ ਆਉਣ ਕਰਕੇ, ਸਤ ਸੰਗਤ ਸੁਣਨ ਕਰਕੇ, ਕਿ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਸਭ ਮੈਂ ਜਾਨੋ ਕਰਤਾ ਏਕ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਸਾਰਿਆਂ ਵਿੱਚ ਇੱਕ ਕਰਤਾ ਪਰਮੇਸ਼ਰ ਨੂੰ ਹੀ ਜਾਣਨਾ ਕਰੋ। ਜੋ ਪਰਮੇਸ਼ਰ ਹਰ ਇੱਕ ਵਿੱਚ ਵਸ ਰਿਹਾ ਹੈ, ਉਸ ਪਰਮੇਸ਼ਰ ਨੂੰ, ਕਰਨਹਾਰ ਨੂੰ, ਸ੍ਰਿਸ਼ਟੀ ਬਣਾਉਣ ਵਾਲੇ ਨੂੰ ਹਰ ਇੱਕ ਦੇ ਵਿੱਚ ਵਸਦਾ ਜਾਣਨਾ ਕਰੋ ਕਿ ਹਰੇਕ ਦੇ ਵਿੱਚ ਵਸਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਸਾਧ ਸੰਗਤ ਮਿਲ ਬੁੱਧ ਵਿਵੇਕ। ਸਾਧ ਸੰਗਤ, ਸ੍ਰੇਸ਼ਟ ਜਨਾਂ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਮਿਲਣ ਨਾਲ ਵਿਵੇਕ, ਬਿਬ, ਦੋ ਭਾਵ ਜੀਵ ਈਸ਼ ਦੀ ਏਕਤਾ ਰੂਪ ਬੁੱਧੀ ਪ੍ਰਾਪਤ ਹੁੰਦੀ ਹੈ। ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਸਤ ਸੰਗਤ ਵਿੱਚ ਮਿਲਣ ਕਰਕੇ, ਜਿਹੜੀ ਦੋ ਨੂੰ ਇਕੱਠਾ ਕਰ ਦਿੰਦੀ ਹੈ। ਆਤਮਾ ਤੇ ਪ੍ਰਾਤਮਾ ਦੋਨੇ ਇਕੱਠੇ ਹੋ ਜਾਂਦੇ ਹਨ। ਨਹੀਂ, ਇਹਨਾਂ ਦਾ ਵਿਛੋੜਾ ਪਿਆ ਹੋਇਆ ਹੈ ਤੇ ਬਾਸ ਇੱਕ ਥਾਂ ਰਹੇ ਹਨ। ਜਿਹੜੀ ਵਿੱਚ ਹਉਮੈ ਦੀ ਕੰਧ ਹੈ, ਪੜਦਾ ਹੈ, ਉਹ ਚੱਕਿਆ ਜਾਂਦਾ ਹੈ। ਜੇ ਸ੍ਰੇਸ਼ਟ ਜਨਾਂ ਦੀ ਸੰਗਤ ਕਰ ਲਈਏ ਤਾਂ ਜੀਵ ਅਤੇ ਈਸ਼ ਦੀ ਏਕਤਾ ਰੂਪ ਬੁੱਧੀ ਪ੍ਰਾਪਤ ਹੁੰਦੀ ਹੈ। ਜਿਸ ਬੁੱਧੀ ਪ੍ਰਾਪਤ ਦੇ ਨਾਲ ਆਤਮਾ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ। ਦਾਸ ਸਗਲ ਕਾ ਛੋੜ ਅਭਿਮਾਨ। ਹੇ ਭਾਈ, ਆਪਣੇ ਗੁਣਾਂ ਦਾ, ਵਿਦਿਆ ਦਾ, ਧਨ ਆਦਿਕ ਦਾ ਅਭਿਮਾਨ, ਹੰਕਾਰ ਛੱਡ ਕਰਕੇ, ਦਾਸ ਸਗਲ ਕਾ, ਸਗਲ ਸਾਰਿਆਂ ਦਾ ਦਾਸ, ਸਾਰਿਆਂ ਦਾ ਸੇਵਕ ਹੋਣਾ ਕਰ। ਦਾਸ ਸਗਲ ਕਾ ਛੋੜ ਅਭਿਮਾਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਆਪਣੇ ਗੁਣਾਂ ਦਾ ਹੰਕਾਰ ਛੱਡ ਕਰਕੇ, ਆਪਣੀ ਵਿਦਿਆ ਦਾ ਹੰਕਾਰ ਛੱਡ ਕੇ, ਆਪਣੇ ਧਨ ਦਾ ਹੰਕਾਰ ਛੱਡ ਕੇ, ਤੂੰ ਸਾਰਿਆਂ ਦਾ ਦਾਸ, ਸਾਰਿਆਂ ਦਾ ਸੇਵਕ ਹੋਣਾ ਕਰ। ਨਾਨਕ ਕੋ ਗੁਰ ਦੀਨੋ ਦਾਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਡੇ ਤਾਈਂ ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਤਮ ਮਤ ਨਾਮ ਦਾ ਦਾਨ ਦੇਣਾ ਕੀਤਾ ਹੈ, ਜਿਸ ਕਰਕੇ ਹਿਰਦੇ ਦੇ ਵਿੱਚੋਂ ਹੰਕਾਰ ਚਲਿਆ ਗਿਆ ਹੈ ਤੇ ਸੇਵਕਾਂ ਦੇ ਸੇਵਕ ਹੋਣਾ ਕੀਤਾ ਹੈ। ਕਿ ਸਾਡੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਉੱਤਮ ਮਤ ਦਾ, ਨਾਮ ਦਾ ਦਾਨ ਦੇਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ। ਐਸੀ ਗੁਰਮਤ ਪਾਈ ਅਲੇ, ਬੂੜਤ ਘੋਰ ਅੰਧ ਕੂਪ ਮੈਂ। ਨਿਕਸਿਓ ਮੇਰੇ ਭਾਈ ਰੇ ਰਹਾਉ, ਮਹਾ ਅਗਾਹ ਅਗਨ ਕਾ ਸਾਗਰ। ਗੁਰ ਬੋਹਿਤ ਤਾਰੇ ਰਤਨਾਗਰ, ਦੁੱਤਰ ਅੰਧ ਬਿਖਮ ਇਹ ਮਾਇਆ। ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ, ਜਾਪ ਤਾਪ ਕਸ ਉਕਤ ਨ ਮੋਰੀ। ਗੁਰ ਨਾਨਕ ਸਰਣਾਗਤ ਤੋਰੀ, ਜਾਪ ਤਾਪ ਕਸ ਉਕਤ ਨ ਮੋਰੀ। ਗੁਰ ਨਾਨਕ ਸਰਣਾਗਤ ਤੋਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਲੋਕ ਹੈ, ਸ਼ਬਦ ਹੈ 377 ਅੰਗ ਤੇ ਆਸਾ ਰਾਗ ਦੇ ਅੰਦਰ। ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਬਾਣੀ ਰਾਹੀਂ ਸਮਝਾ ਰਹੇ ਹਨ। ਕਹਿਣ ਲੱਗੇ, ਬੁੱਧ ਪ੍ਰਗਾਸ ਭਈ ਮਤ ਪੂਰੀ। ਕਹਿਣ ਲੱਗੇ, ਜਦੋਂ ਸਤਿਗੁਰਾਂ ਦੀ ਪੂਰਨ ਸਿੱਖਿਆ ਪ੍ਰਾਪਤ ਹੋਈ, ਬੁੱਧ ਪ੍ਰਗਾਸ ਭਈ ਮਤ ਪੂਰੀ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾਉਣ ਲੱਗੇ ਕਿ ਹੇ ਭਾਈ, ਜਦੋਂ ਸਤਿਗੁਰਾਂ ਦੀ ਪੂਰਨ ਸਿੱਖਿਆ ਪ੍ਰਾਪਤ ਹੋਈ ਤਾਂ
ਬੁੱਧੀ ਵਿੱਚ ਗਿਆਨ ਦਾ ਚਾਨਣਾ, ਗਿਆਨ ਦਾ ਪ੍ਰਕਾਸ਼ ਹੋ ਗਿਆ। ਬੁੱਧ ਪ੍ਰਗਾਸ ਜਦੋਂ ਸਤਿਗੁਰਾਂ ਦੀ ਪੂਰਨ ਸਿੱਖਿਆ ਪ੍ਰਾਪਤ ਹੋਈ, ਸਿੱਖਿਆ ਦੁਆਰਾ ਬੁੱਧੀ ਵਿੱਚ ਗਿਆਨ ਦਾ ਚਾਨਣਾ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਆਤਮ ਵਿਸ਼ੈਣੀ ਬੁੱਧੀ ਹੋ ਗਈ, ਜਿਹੜੀ ਆਤਮਾ ਸੀ ਇਹ ਵਿਸ਼ੈਣੀ ਬੁੱਧੀ ਹੋ ਗਈ। ਤਿਸ ਆਤਮ ਵਿਸ਼ੈਣੀ ਬੁੱਧੀ ਦੁਆਰਾ ਦੁਰਮਤ ਦੂਰੀ, ਦੁਰਮਤ ਖੋਟੀ ਮਤ ਦੂਰ ਹੋ ਗਈ। ਖੋਟੀ ਮਤ ਦਾ ਨਾਸ ਹੋ ਗਿਆ। ਜੋ ਖੋਟੀ ਮਤ ਪਰਮੇਸ਼ਰ ਤੋਂ ਦੂਰ ਤੇ ਬੇਮੁਖ ਕਰਨ ਵਾਲੀ ਸੀ, ਉਸ ਖੋਟੀ ਮਤ ਦਾ ਨਾਸ ਹੋ ਗਿਆ। ਜਿਹੜੀ ਦੁਰਮਤ ਹੈ, ਖੋਟੀ ਮਤ ਹੈ, ਇਹ ਖੋਟੀ ਮਤ ਪਰਮੇਸ਼ਰ ਤੋਂ ਦੂਰ ਰੱਖਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜਦੋਂ ਖੋਟੀ ਮਤ ਦੂਰ ਹੋ ਗਈ, ਨਾਸ ਹੋ ਗਈ, ਤਾਂ ਪਰਮੇਸ਼ਰ ਦੇ ਨਾਲ ਮਿਲਣ ਦੀ ਸਾਨੂੰ ਜਾਚ ਆ ਗਈ। ਐਸੀ ਗੁਰਮਤਿ ਪਾਈ ਅਲੇ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਅਜਿਹੀ ਗੁਰਮਤ, ਗੁਰਾਂ ਦੀ ਸਿੱਖਿਆ ਪ੍ਰਾਪਤ ਕੀਤੀ ਹੈ, ਜਿਸ ਕਰਕੇ ਬੂੜਤ ਘੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ। ਮਹਾਰਾਜ ਜੀ ਕਹਿਣ ਲੱਗੇ, ਜਦੋਂ ਅਜਿਹੀ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ, ਜਿਸ ਕਰਕੇ ਬੂੜਤ ਘੋਰ ਅੰਧ ਕੂਪ ਮਹਿ, ਕਿ ਹੇ ਸਾਡੇ ਭਾਈ ਭਰਾਵੋ, ਮਹਾਰਾਜ ਜੀ ਕਹਿਣ ਲੱਗੇ, ਮੈਂ ਭਿਆਨਕ ਸੰਸਾਰ ਰੂਪੀ ਅੰਨੇ ਖੂਹ ਵਿੱਚੋਂ ਬੂੜਤ ਡੁੱਬਦਾ ਹੋਇਆ ਮੁਕਤੀ ਰੂਪੀ ਕਿਨਾਰੇ ਤੇ ਨਿਕਸਿਓ ਨਿਕਲ ਆਇਆ ਹਾਂ। ਜਦੋਂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਗੁਰਾਂ ਦੀ ਸਿੱਖਿਆ ਸਾਨੂੰ ਪ੍ਰਾਪਤ ਹੋਈ ਕਿ ਅਸੀਂ ਭਿਆਨਕ ਸੰਸਾਰ ਰੂਪੀ ਅੰਨੇ ਖੂਹ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਮੁਕਤੀ ਰੂਪੀ ਕਿਨਾਰੇ ਤੇ ਨਿਕਸਿਓ ਨਿਕਲ ਆਇਆ ਹਾਂ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਮਹਾ ਅਗਾਹ ਆਗਨ ਕਾ ਸਾਗਰ, ਜੋ ਇਤਨਾ ਵਿਸ਼ੇ ਕਾਲ ਰੂਪੀ ਅੱਗ ਦਾ ਸਮੁੰਦਰ ਸਾਗਰ ਭਾਵ ਸੰਸਾਰ ਬਹੁਤ ਅਗਾਹ ਡੂੰਘਾ ਹੈ, ਜਿਸ ਤੋਂ ਤਰਨਾ ਬਹੁਤ ਕਠਿਨ ਹੈ। ਮਹਾ ਅਗਾਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਰਤਨਾਗਰ, ਕਿ ਜੋ ਤ੍ਰਿਸ਼ਨਾ ਵਿਸ਼ੇ ਕਾਲ ਰੂਪ ਅੱਗ ਦਾ ਸਮੁੰਦਰ ਹੈ, ਸਾਗਰ ਹੈ, ਭਾਵ ਸੰਸਾਰ ਮਹਾ ਬਹੁਤ ਡੂੰਘਾ ਹੈ, ਇਸ ਤੋਂ ਤਰਨਾ ਬਹੁਤ ਕਠਿਨਾ ਹੈ। ਜੋ ਇਹ ਸੰਸਾਰ ਸਮੁੰਦਰ ਹੈ, ਇਹ ਵਿਸ਼ਿਆਂ ਭਰਿਆ ਹੈ, ਇਸ ਦੇ ਵਿੱਚ ਜੀਵ ਵਿਸ਼ਿਆਂ ਵਿੱਚ ਲੱਗਣ ਕਰਕੇ ਡੁੱਬ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਪਰੰਤੂ ਰਤਨਾਗਰ, ਰਤਨਾ ਦੇ ਘਰ ਗੁਰੂ ਸਤਿਗੁਰੂ ਸਾਹਿਬ ਜੀ ਬੋਹਿਤ ਜਹਾਜ਼ ਦੀ ਨਿਆਈ ਹੋ ਕੇ ਤਾਰ ਦਿੰਦੇ ਹਨ। ਜਿਹੜਾ ਇਸ ਸੰਸਾਰ ਸਮੁੰਦਰ ਦੇ ਵਿੱਚ, ਵਿਕਾਰਾਂ ਭਰੇ ਸਮੁੰਦਰ ਦੇ ਵਿੱਚੋਂ ਗੁਰੂ ਸਾਹਿਬ ਜੀ ਜਹਾਜ਼ ਦੀ ਨਿਆਈ ਹੋ ਕੇ ਤਾਰ ਦਿੰਦੇ ਹਨ। ਜਿਹੜੇ ਗੁਰੂ ਵਾਲੇ ਬਣਦੇ ਹਨ, ਗੁਰੂ ਵਾਲੇ ਬਣ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ, ਤਾਂ ਗੁਰੂ ਨਾਮ ਰੂਪੀ ਜਹਾਜ਼ ਤੇ ਚੜ੍ਹਾ ਕੇ ਇਸ ਸੰਸਾਰ ਤੋਂ ਤਾਰ ਦਿੰਦੇ ਹਨ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਦੁਰਤ ਅੰਧ ਬਿਖਮ ਇਹ ਮਾਇਆ। ਕਹਿਣ ਲੱਗੇ, ਇਹ ਭਾਈ, ਇਹ ਮਾਇਆ ਰੂਪੀ ਨਦੀ ਜੋ ਦੁੱਤਰ ਤਰਨੀ ਬਹੁਤ ਔਖੀ ਹੈ, ਇਹ ਮਾਇਆ ਰੂਪੀ ਨਦੀ ਹੈ, ਜਿਹੜਾ ਮਾਇਆ ਦੇ ਵਿੱਚ ਖਚਿਤ ਹੋ ਜਾਂਦਾ ਹੈ, ਇਹ ਇੱਕ ਨਦੀ ਦੀ ਨਿਆਈ ਹੈ। ਇਸ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ, ਇਹ ਤਰੀ ਨਹੀਂ ਜਾ ਸਕਦੀ, ਜਿਸ ਵਿੱਚ ਅੰਧ ਅਗਿਆਨਤਾ ਦਾ ਹਨੇਰਾ ਹੈ। ਜਦੋਂ ਇਸ ਦੇ ਵਿੱਚ ਖਚਿਤ ਹੁੰਦਾ ਹੈ ਜੀਵ, ਫਿਰ ਗਿਆਨ ਹੀ ਨਹੀਂ ਪੈਦਾ ਹੁੰਦਾ। ਅਗਿਆਨ ਕਰਕੇ, ਹਨੇਰੇ ਕਰਕੇ ਇਸ ਦੀ ਨਿਵਰਤੀ ਵੀ ਬਹੁਤ ਕਠਿਨ ਹੈ, ਔਖੀ ਹੈ। ਦੁੱਤਰ ਅੰਧ ਬਿਖਮ ਇਹ ਮਾਇਆ, ਕਿ ਕਾਮ ਕ੍ਰੋਧ ਆਦਿਕ ਵਿਸ਼ਿਆਂ ਰੂਪੀ ਲਹਿਰਾਂ ਤੋਂ ਤਰਨਾ ਔਖਾ ਹੈ। ਜੀਵਾਂ ਨੂੰ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪੰਜਾਂ ਕੋਸਾਂ ਰੂਪੀ ਪਹਾੜੀਆਂ ਵਿੱਚੋਂ ਲੰਘਣਾ ਵੀ ਕਠਿਨ ਔਖਾ ਹੈ।
ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ। ਕਿ ਪੂਰੇ ਸਤਿਗੁਰਾਂ ਨੇ ਇਹ ਨਦੀ ਤੋਂ ਤਰਨ ਲਈ ਭਗਤੀ ਗਿਆਨ ਦਾ ਰਸਤਾ ਪ੍ਰਤੱਖ ਕਰਕੇ ਦਿਖਾਉਣਾ ਕੀਤਾ ਹੈ। ਜਿਹੜੀ ਇਹ ਮਾਇਆ ਰੂਪੀ ਨਦੀ ਹੈ ਜਾਂ ਕਾਮ ਕ੍ਰੋਧ ਇਹ ਵਿਸ਼ੇ ਹਨ, ਇਹਨਾਂ ਨਦੀਆਂ ਵਿੱਚੋਂ ਤਰਨ ਲਈ ਭਗਤੀ ਗਿਆਨ ਦਾ ਰਸਤਾ ਪ੍ਰਤੱਖ ਕਰਕੇ ਸਤਿਗੁਰਾਂ ਨੇ ਦਿਖਾਉਣਾ ਕੀਤਾ ਹੈ। ਜੈਸਾ ਕਿ ਵਿਹੰਗਮ ਤੇ ਮਾਰਗ ਦਿਖਾਉਣਾ ਕੀਤਾ ਹੈ। ਭਾਵ ਜਿਵੇਂ ਪੰਛੀ ਨਦੀ ਤੋਂ ਉੱਡ ਕੇ ਹੀ ਪਾਰ ਹੋ ਜਾਂਦਾ ਹੈ, ਇਉਂ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਇਹ ਜੀਵ ਰੂਪ ਪੰਛੀ ਵਿਵੇਕ ਬੈਰਾਗ ਪਰੋਖ ਅਪਰੋਖ ਗਿਆਨ ਰੂਪੀ ਖੰਭਾਂ ਨਾਲ ਉੱਡ ਕੇ ਇਸ ਸੰਸਾਰ ਸਮੁੰਦਰ ਨਦੀ ਤੋਂ ਪਾਰ ਲੰਘ ਜਾਂਦਾ ਹੈ। ਜਾਪ ਤਾਪ ਕਸ ਉਕਤ ਨਾ ਮੋਰੀ, ਗੁਰ ਨਾਨਕ ਸਰਣਾਗਤ ਤੋਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਾਪ ਤਾਪ ਕਸ ਉਕਤ ਨਾ ਮੋਰੀ। ਹੈ ਮਹਾਰਾਜ, ਬਾਣੀ ਕਰਕੇ ਕੋਈ ਜਾਪ ਜਪ, ਸਰੀਰ ਕਰਕੇ ਕੋਈ ਤਪ ਨਹੀਂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਹਨ ਕਿ ਹੇ ਮਹਾਰਾਜ, ਬਾਣੀ ਕਰਕੇ ਬੋਲਣੇ ਕਰਕੇ ਕੋਈ ਵਾਹਿਗੁਰੂ ਦਾ ਜਾਪ ਨਹੀਂ ਕੀਤਾ ਅਤੇ ਸਰੀਰ ਕਰਕੇ ਕੋਈ ਤਪ ਨਹੀਂ ਕੀਤਾ, ਅਤੇ ਨਾ ਹੀ ਇਹਨਾਂ ਵਿੱਚ ਮੇਰੀ ਕੁਝ ਉਕਤ ਬੁੱਧੀ ਹੈ ਨਾਮ ਜਪਣ ਵਿੱਚ, ਤੇ ਕੋਈ ਨਾ ਮੇਰੀ ਬੁੱਧੀ ਹੈ, ਨਾ ਹੀ ਮੇਰੀ ਕੁਝ ਸ਼ਾਸਤਰ ਸਿਮਰਤੀਆਂ ਦੀ ਕਥਨ ਕਰਨ ਦੀ ਚਤਰਾਈ ਹੈ। ਗੁਰ ਨਾਨਕ ਸਰਣਾਗਤ ਤੋਰੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਹੇ ਗੁਰੂ ਨਾਨਕ ਦੇਵ ਮਹਾਰਾਜ ਜੀ, ਅਸੀਂ ਕੇਵਲ ਤੁਹਾਡੀ ਸਰਣਾਗਤ ਸਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਤੁਸੀਂ ਹੀ ਕਿਰਪਾ ਕਰਕੇ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਤਾਰਨਾ ਕਰੋ। ਆਸਾ ਮਹੱਲਾ ਪੰਜਵਾ ਤਿਪਦੇ ਦੋ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲਹਿ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ। ਹਰ ਰਸ ਪੀਵੈ ਅਲ ਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ ਰਹਾਉ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ। ਲਾਖ ਕਰੋਰੀ ਮਿਲੈ ਨਾ ਕੇਹੇ, ਜਿਸ ਹੈ ਪ੍ਰਾਪਤ ਤਿਸ ਹੀ ਦੇਹੇ। ਨਾਨਕ ਚਾਖ ਭਏ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ। ਗੁਰੂ ਅਰਜਨ ਦੇਵ ਮਹਾਰਾਜ ਜੀ ਤਿਪ ਦੇ ਤਿੰਨ ਪਦਿਆਂ ਵਾਲੇ ਦੋ ਸ਼ਬਦ ਆਉਣਗੇ ਕਿ ਨਾਮ ਰਸ ਦੀ ਗੱਲ ਕਰ ਰਹੇ ਹਨ ਮਹਾਰਾਜ ਜੀ। ਹਰ ਰਸ ਪੀਵਤ ਸਦ ਹੀ ਰਾਤਾ, ਉਸ ਪਰਮੇਸ਼ਰ ਦੇ ਨਾਮ ਦੇ ਰਸ ਦੀ ਗੱਲ ਕਰਦੇ ਹਨ ਇਸ ਸ਼ਬਦ ਦੇ ਵਿੱਚ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜੋ ਹਰੀ ਪਰਮੇਸ਼ਰ ਦਾ ਨਾਮ ਰਸ ਪੀਂਦੇ ਹਨ, ਸਦ ਹੀ ਰਾਤਾ, ਉਹਨਾਂ ਦਾ ਮਨ ਸਦ ਹਮੇਸ਼ਾ ਹੀ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਹਰ ਰਸ ਪੀਵਤ, ਹੇ ਭਾਈ, ਜੋ ਹਰੀ ਪਰਮੇਸ਼ਰ ਦਾ ਨਾਮ ਰਸ ਹੈ, ਉਸ ਨਾਮ ਰਸ ਨੂੰ ਜੋ ਪੀਂਦੇ ਹਨ, ਉਹਨਾਂ ਦਾ ਮਨ ਸਦ ਹਮੇਸ਼ਾ ਹੀ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸੰਸਾਰ ਆਨ ਰਸਾ ਖਿਨ ਮਹਿ ਲਹਿ ਜਾਤਾ, ਆਨ ਰਸਾ ਖਿਨ ਮਹਿ ਲਹਿ ਜਾਤਾ, ਕਿ ਆਨ ਹੋਰ ਜਿਹੜੇ ਰਾਸ ਕਸ ਹਨ ਜਾਂ ਹੋਰ ਸਵਾਦ ਹਨ, ਜਾਂ ਹਿਰਦੇ ਵਿੱਚੋਂ ਇੱਕ ਖਿਨ ਵਿੱਚ ਹੀ ਲੈ ਜਾਂਦੇ ਹਨ। ਪਰਮੇਸ਼ਰ ਦਾ ਨਾਮ ਹੈ ਜਿਹੜਾ, ਇਹ ਮੁੜ ਕੇ ਲਹਿੰਦਾ ਨਹੀਂ, ਕਿ ਜਦੋਂ ਰੰਗ ਚੜ੍ਹ ਗਿਆ ਫਿਰ ਉਤਰਦਾ ਨਹੀਂ, ਪਰ
ਜਿਹੜੇ ਹੋਰ ਰਾਸ ਕਸ ਹਨ ਜਾਂ ਸਵਾਦ ਹਨ, ਹਿਰਦੇ ਵਿੱਚੋਂ ਇੱਕ ਖਿਣ ਵਿੱਚ ਹੀ ਲੈ ਜਾਂਦੇ ਹਨ। ਸਵਾਦ ਜੀਭ ਤੱਕ ਹੀ ਹੈ, ਹਿਰਦੇ ਵਿੱਚ ਸਵਾਦ ਨਹੀਂ ਆਉਂਦਾ। ਜਦ ਜੀਭ ਤੇ ਸਵਾਦ ਵਾਲੀ ਚੀਜ਼ ਟਿਕਦੀ ਹੈ, ਜੀਭ ਦਿਮਾਗ ਨੂੰ ਦੱਸਦੀ ਹੈ, ਓਨਾ ਚਿਰ ਹੀ ਸਵਾਦ ਆਉਂਦਾ ਹੈ। ਜਦੋਂ ਜਿਹਬਾ ਤੋਂ ਗਾਹਾਂ ਅੰਦਰ ਪੇਟ ਦੇ ਵਿੱਚ ਚਲਿਆ ਜਾਂਦਾ ਹੈ, ਉਦੋਂ ਸਵਾਦ ਨਹੀਂ ਰਹਿ ਜਾਂਦਾ। ਇਹ ਸਾਰੇ ਸਵਾਦ ਜੀਭ ਤੋਂ ਗਾਹਾਂ ਨਹੀਂ ਜਾਂਦੇ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਆਨ ਰਸਾ ਖਿਨ ਮੈਂ ਲਹਿ ਜਾਤਾ। ਆਨ ਹੋਰ ਰਾਸ ਕਸ ਹਨ, ਜਿਹੜੇ ਸਵਾਦ ਹਨ, ਹਿਰਦੇ ਵਿੱਚ ਜਾਣ ਤੋਂ ਪਹਿਲਾਂ ਹੀ ਲੈ ਜਾਂਦੇ ਹਨ, ਇੱਕ ਖਿਣ ਦੇ ਵਿੱਚ ਖਤਮ ਹੋ ਜਾਂਦੇ ਹਨ। ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਜੋ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਮਾਤੇ ਮਸਤ ਹੋਏ ਹਨ, ਉਹਨਾਂ ਦੇ ਮਨ, ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ, ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਹੈ। ਜਿਵੇਂ ਗੂੰਗੇ ਨੂੰ ਗੁੜ ਖਵਾ ਦਈਏ, ਖੁਸ਼ ਹੋਇਆ ਹੀ ਤੋਂ ਪਤਾ ਲੱਗਦਾ ਹੈ। ਤਾਂ ਇਸੇ ਕਰਕੇ ਜੋ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ, ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ, ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਆਨ ਰਸਾ ਮੈਂ ਵਿਆਪੈ ਚਿੰਦ। ਆਨ ਹੋਰ ਦਵੈਤ ਦੇ ਰਸਾਂ ਵਿੱਚ ਲੱਗਣ ਕਰਕੇ, ਦੂਜੇ ਰਸਾਂ ਵਿੱਚ ਲੱਗਣ ਕਰਕੇ, ਨਾਮ ਤੋਂ ਬਿਨਾਂ ਜਿਹੜੇ ਹੋਰ ਰਸ ਹਨ, ਜਿਹੜੇ ਉਹਨਾਂ ਰਸਾਂ ਦੇ ਵਿੱਚ ਲੱਗਣਾ ਹੈ, ਇਹ ਚਿੰਤਾ ਵਿਆਪਦੀ ਰਹਿੰਦੀ ਹੈ, ਫਿਕਰ ਲੱਗਿਆ ਰਹਿੰਦਾ ਹੈ ਹੋਰ ਰਸਾਂ ਦੇ ਵਿੱਚ। ਮਹਾਰਾਜ ਜੀ ਕਹਿਣ ਲੱਗੇ, ਹਰ ਰਸ ਪੀਵੈ ਅਲ ਮਸਤ ਮਤਵਾਰਾ। ਜੋ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦੇ ਹਨ, ਉਹ ਅਲ ਮਸਤ, ਪੂਰਨ ਮਸਤੀ ਪਾ ਕੇ ਮਤਵਾਰਾ, ਅਕਲ ਵਾਲੇ ਹੋ ਜਾਂਦੇ ਹਨ। ਹਰ ਰਸ ਪੀਵੈ ਅਲ ਮਸਤ ਮਤਵਾਰਾ। ਜੋ ਹਰ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦੇ ਹਨ, ਉਹ ਅਲ ਮਸਤ, ਅਲ ਪੂਰਨ ਮਸਤੀ ਪਾ ਕੇ ਮਤਵਾਰਾ, ਮਤ ਵਾਲੇ, ਅਕਲ ਵਾਲੇ ਹੋ ਜਾਂਦੇ ਹਨ। ਆਨ ਰਸਾ ਸਭ ਹੋਛੇ ਰੇ। ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਹੋਰ ਰਾਸ ਕਸ ਸਾਰੇ ਤੁਸ ਮਾਤਰ ਹਨ। ਹਰ ਰਸ ਪੀਵੈ ਅਲ ਮਸਤ ਮਤਵਾਰਾ, ਕਿ ਜਿਹੜੇ ਆਲ ਭੌਰੇ ਦੀ ਨਿਆਈ ਚਰਨ ਕਮਲਾਂ ਵਿੱਚ ਮਸਤ ਹੋ ਕੇ ਮਤਵਾਰਾ, ਆਤਮ ਵਿਸ਼ੈਣੀ, ਆਤਮ ਬੁੱਧੀ ਵਾਲੇ ਹੋ ਜਾਂਦੇ ਹਨ। ਸੰਸਾਰ ਵੱਲੋਂ ਮਤਵਾਰਾ, ਮਤਵਾਲੇ ਹੋ ਜਾਂਦੇ ਹਨ। ਹੇ ਭਾਈ, ਆਨ ਰਸਾ ਸਭ ਹੋਛੇ ਰੇ। ਕਿ ਆਨ ਹੋਰ ਰਸਾ ਰਾਸ ਕਸ ਸਾਰੇ ਹੋਛੇ, ਸਾਰੇ ਤੁਸ ਮਾਤਰ ਹਨ। ਇੱਕ ਪਰਮੇਸ਼ਰ ਦਾ ਨਾਮ ਹੀ, ਜਿਹੜਾ ਨਾਮ ਰਸ ਹੈ, ਉਹੀ ਪੂਰਨ ਮਸਤੀ ਵਾਲਾ, ਅਕਲ ਦੇਣ ਵਾਲਾ ਹੈ। ਤਾਂ ਹੋਰ ਜਿਹੜੇ ਰਸ ਕਸ ਹਨ, ਇਹ ਹੋਛੇ ਹੀ ਹਨ, ਤੁਛ ਮਾਤਰ ਹਨ, ਥੋੜਾ ਸਮਾਂ ਰਹਿਣ ਵਾਲੇ ਹਨ। ਰਹਾਓ। ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ ਕਹਿਣ ਲੱਗੇ, ਹਰ ਰਸ ਕੀ ਕੀਮਤ ਕਹੀ ਨਾ ਜਾਏ। ਹਰੀ ਪਰਮੇਸ਼ਰ ਦੇ ਨਾਮ ਰਸ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ। ਹਰ ਰਸ ਕੀ ਕੀਮਤ ਕਹੀ ਨਾ ਜਾਏ। हे ਭਾਈ, ਪਰਮੇਸ਼ਰ ਦੇ ਨਾਮ ਰਸ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਹਰ ਰਸ ਸਾਧੂ ਹਾਟ ਬਿਕਾਏ। ਹਰੀ ਪਰਮੇਸ਼ਰ ਦਾ ਨਾਮ ਰਸ ਸਾਧੂ ਸ੍ਰੇਸ਼ਟ ਜਨਾਂ ਦੀ ਹਾਟ ਹੱਟ ਭਾਵ ਸੰਗਤ ਵਿੱਚੋਂ ਮਿਲਦਾ ਹੈ। ਜਿਹੜੇ ਪਰਮੇਸ਼ਰ ਦੀ ਕੀਮਤ, ਪਰਮੇਸ਼ਰ ਦੇ ਨਾਮ ਰਸ ਦੀ ਕੀਮਤ ਕਹੀ ਨਹੀਂ ਜਾਂਦੀ, ਕਿ ਉਹ ਪਰਮੇਸ਼ਰ ਦਾ ਨਾਮ ਸ੍ਰੇਸ਼ਟ ਜਨਾਂ ਦੀ, ਸਾਧੂ ਜਨਾਂ ਦੀ, ਗੁਰੂ ਦੀ ਸੰਗਤ ਰੂਪੀ ਹੱਟ ਦੇ ਵਿੱਚੋਂ ਮਿਲਦਾ ਹੈ। ਸਾਧੂ ਮਹਾਂਪੁਰਖਾਂ ਦੇ ਹਿਰਦੇ ਰੂਪੀ ਹੱਟੀ ਵਿੱਚ ਉਹ ਨਾਮ ਰਸ
समाया रहंदा है। लाख करोड़ी मिलै ना केहे, लाख ਲੱਖਾਂ ਕਰੋੜੀ ਕਰੋੜਾਂ ਰੁਪਈਆਂ ਖਰਚਣ ਨਾਲ ਵੀ ਕਿਸੇ ਨੂੰ ਇਹ ਨਾਮ ਰਸ ਮਿਲਦਾ ਨਹੀਂ ਹੈ। ਜਿਹੜਾ ਨਾਮ ਰਸ ਹੈ ਇਹ ਸਤ ਸੰਗਤ ਦੇ ਵਿੱਚੋਂ ਹੀ ਮਿਲਦਾ ਹੈ, ਗੁਰੂ ਦੀ ਸੰਗਤ ਦੇ ਵਿੱਚੋਂ ਹੀ ਮਿਲਦਾ ਹੈ। ਮਹਾਰਾਜ ਜੀ ਕਹਿਣ ਲੱਗੇ ਲਾਖ ਕਰੋੜੀ ਮਿਲੈ ਨਾ ਕਹੇ, ਇਹ ਲੱਖਾਂ ਕਰੋੜਾਂ ਰੁਪਈਆ ਖਰਚਣ ਕਰਨ ਨਾਲ ਕਿ ਨਾਮ ਰਸ ਹੈ ਜਿਹੜਾ ਇਹ ਮਿਲਦਾ ਨਹੀਂ। ਭਾਵ ਲੱਖਾਂ ਫੌਜਾਂ ਜਗੀਰਾਂ ਦਾ ਮਾਲਕ ਅਤੇ ਕਰੋੜਪਤੀ ਹੋਵੇ ਜਾਂ ਲੱਖ ਵਰੇ ਉਮਰ ਹੋਵੇ, ਲੱਖਾਂ ਯਤਨ ਕਰੇ ਅਤੇ ਕਰੋੜਾਂ ਮਾਇਆ ਖਰਚੇ, ਪਰ ਫਿਰ ਵੀ ਕਿਸੇ ਪ੍ਰਕਾਰ ਨਾਮ ਰਸ ਨਹੀਂ ਮਿਲਦਾ। ਨਾਮ ਰਸ ਸਤ ਸੰਗਤ ਦੇ ਵਿੱਚੋਂ ਹੀ ਮਿਲਦਾ ਹੈ ਕਿ ਜਿਨ੍ਹਾਂ ਨੂੰ ਮਿਲਣਾ ਲਿਖਿਆ ਹੈ ਉਹਨਾਂ ਨੂੰ ਹੀ ਸਤਿਗੁਰੂ ਦਾ ਨਾਮ ਰਸ ਦਿੰਦੇ ਹਨ, ਉਹਨਾਂ ਨੂੰ ਹੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਕਿ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀਐ, ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ ਉਹ ਉੱਥੋਂ ਹੀ ਨਾਮ ਰਸ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿਣ ਲੱਗੇ ਕਾਂਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜਿਨ੍ਹਾਂ ਨੇ ਆਪਣਾ ਮਨ ਦਿੱਤਾ ਹੈ ਉਹਨਾਂ ਨੂੰ ਹੀ ਨਾਮ ਰਸ ਮਿਲਦਾ ਹੈ। ਕੰਚਨ ਸੋਨਾ ਹੁੰਦਾ ਹੈ ਕਿ ਸੋਨਾ ਦੇ ਕੇ ਵੀ ਨਾਮ ਰਸ ਨਹੀਂ ਮਿਲਦਾ। ਮਨ ਤਨ ਮਨ ਧਨ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਦੇ ਅੱਗੇ ਸੌਂਪ ਕੇ ਗੁਰੂ ਦਾ ਹੁਕਮ ਮੰਨਿਆ ਹੈ ਉਹਨਾਂ ਨੂੰ ਹੀ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਚਾਖ ਭਏ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਨਾਨਕ ਚਾਖ, ਨਾਨਕ ਕਿ ਜੋ ਦਵੈਤ ਤੋਂ ਰਹਿਤ ਭਾਵ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਕੇ ਮਹਾਰਾਜ ਜੀ ਕਹਿਣ ਲੱਗੇ ਅਸੀਂ ਬਿਸਮਾਦ, ਅਸੀਂ ਅਚਰਜ ਹੋਏ ਹਾਂ। ਸ੍ਰੀ ਗੁਰੂ ਰਾਮਦਾਸ ਜੀ ਤੋਂ ਸਾਨੂੰ ਨਾਮ ਦਾ ਸਵਾਦ ਆਇਆ ਹੈ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੇ ਨਾਮ ਦੀ ਦਾਤ ਸਾਨੂੰ ਦੇਣਾ ਕੀਤੀ ਹੈ। ਉਸ ਨਾਮ ਦਾਤ ਦੇ ਵਿੱਚੋਂ ਸਾਨੂੰ ਸਵਾਦ ਆਇਆ ਹੈ। ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਦਾ ਹਰ ਰਸ ਮਾਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਉਹ ਨਾਮ ਰਸ ਈਤ ਊਤ ਇੱਥੇ ਉੱਥੇ ਭਾਵ ਲੋਕ ਪਰਲੋਕ ਵਿੱਚ ਕਿਤੇ ਛੱਡ ਕੇ ਨਹੀਂ ਜਾਂਦਾ। ਈਤ ਊਤ ਕਤ ਛੋੜ ਨਾ ਜਾਏ, ਜੋ ਪਰਮੇਸ਼ਰ ਦੇ ਨਾਮ ਦਾ ਰਸ ਹੈ ਉਹ ਈਤ ਊਤ ਇੱਥੇ ਉੱਥੇ ਭਾਵ ਲੋਕ ਪਰਲੋਕ ਵਿੱਚ ਕਿਤੇ ਛੱਡ ਕੇ ਨਹੀਂ ਜਾਂਦਾ। ਨਾਨਕ ਗੀਦਾ ਹਰ ਰਸ ਮਾਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਇਸ ਕਰਕੇ ਸਾਡਾ ਮਨ ਹਰੀ ਪਰਮੇਸ਼ਰ ਦੇ ਨਾਮ ਰਸ ਵਿੱਚ ਗੀਦਾ ਗਿੱਝ ਗਿਆ ਹੈ, ਰਚ ਮਿਚ ਗਿਆ ਹੈ ਕਿ ਜਿਹੜਾ ਨਾਮ ਲੋਕ ਪਰਲੋਕ ਦੇ ਵਿੱਚ ਕਿਤੇ ਛੱਡ ਕੇ ਨਹੀਂ ਜਾਂਦਾ ਉਸ ਨਾਮ ਦੇ ਵਿੱਚ ਅਸੀਂ ਗਿੱਝ ਗਏ ਹਾਂ, ਰਚ ਮਿਚ ਗਏ ਹਾਂ। ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਨਾਮ ਦੀ ਮਹਿਮਾ, ਨਾਮ ਰਸ ਦੀ ਮਹਿਮਾ ਸੰਗਤਾਂ ਨੂੰ ਉਪਦੇਸ਼ ਦੁਆਰਾ ਸੁਣਵਾਈ ਹੈ। ਮਹਾਰਾਜ ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਆਸਾ ਮਹੱਲਾ ਪੰਜਵਾ। ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਛੁਟਕੈ ਦੁਰਮਤ ਆਪਣੀ ਧਾਰੀ। ਹੋਏ ਨਵਾਣੀ ਸੇਬ ਕਮਾਵਹਿ, ਤਾਂ ਪ੍ਰੀਤਮ ਹੋਵਹਿ ਮਨ ਪਿਆਰੀ। ਸੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੈ ਤੇਰੋ ਸਹਿਸਾ। ਸੁਖ ਪਾਵੇਂ ਤੂੰ ਸੁਖ ਮਨ ਨਾਰੀ। ਰਹਾਉ।
ਚਰਨ ਪੁਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵਹਿ ਸੋਭਾ ਹਰ ਦੁਆਰੀ। ਇਹੀ ਵਿਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ। ਜੋ ਇਹੋ ਮੰਤਰ ਕਮਾਵੈ ਨਾਨਕ, ਸੋ ਭੌਜਲ ਪਾਰ ਉਤਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਚਾਹੁੰਦਾ ਹੈ, 84 ਲੱਖ ਦੇ ਗੇੜ ਨੂੰ ਕੱਟਣਾ ਚਾਹੁੰਦਾ ਹੈ, ਤਾਂ ਇਹ ਮਨੁੱਖਾ ਜਨਮ ਦੀ ਵਾਰੀ ਮਿਲੀ ਹੈ। ਇਸ ਮਨੁੱਖਾ ਜਨਮ ਦੀ ਵਾਰੀ ਦੇ ਵਿੱਚ ਜਿਹੜਾ ਗੁਰਬਾਣੀ ਸੁਣ ਕੇ, ਗੁਰਬਾਣੀ ਦੇ ਉਪਦੇਸ਼ 'ਤੇ ਚੱਲ ਕੇ ਪਰਮੇਸ਼ਰ ਦਾ ਨਾਮ ਜਪੇਗਾ, ਉਹ 84 ਲੱਖ ਜੂਨਾਂ ਦੀ ਵਾਰੀ 'ਚੋਂ ਮਨੁੱਖਾ ਜਨਮ ਦੀ ਵਾਰੀ ਵਿੱਚ ਆਪਣਾ ਮਨੁੱਖਾ ਜਨਮ ਸਫਲਾ ਕਰ ਲਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਾਮ ਕ੍ਰੋਧ ਲੋਭ ਮੋਹ ਮਿਟਾਵੈ। ਹੇ ਜਗਿਆਸੂ ਰੂਪੀ ਇਸਤਰੀ, ਕਾਮ ਮਨੋਜ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਚਿੱਤ ਦੀ ਤੀਖਣ ਬਿਰਤੀ, ਲੋਭ ਲਾਲਚ ਮੋਹ ਸਨੇਹ ਆਦਿਕ ਨੂੰ ਮਿਟਾਉਣਾ ਕਰ। ਕਾਮ ਕ੍ਰੋਧ ਲੋਭ ਮੋਹ ਮਿਟਾਵੈ। ਹੇ ਜਗਿਆਸੂ ਰੂਪੀ ਇਸਤਰੀ, ਕਾਮ ਕ੍ਰੋਧ ਤੇ ਮੋਹ ਲੋਭ ਇਹਨਾਂ ਨੂੰ ਮਿਟਾਉਣਾ ਕਰ। ਜਿਸ ਕਰਕੇ ਛੁਟਕੈ ਦੁਰਮਤ ਆਪਣੀ ਧਾਰੀ। ਜਿਸ ਕਰਕੇ ਦੁਰਮਤ ਖੋਟੀ ਮੱਤ ਹੈ, ਜਿਹੜੀ ਖੋਟੀ ਮੱਤ ਅਤੇ ਆਪਣੀ ਅਪਣੰਤ ਜੋ ਤੂੰ ਧਾਰਨ ਕੀਤੀ ਹੈ, ਇਹ ਛੁੱਟ ਜਾਏਗੀ, ਭਾਵ ਨਿਵਰਤ ਹੋ ਜਾਏਗੀ। ਜਦੋਂ ਕਾਮ ਕ੍ਰੋਧ ਮੋਹ ਲੋਭ ਇਹਨਾਂ ਨੂੰ ਮਿਟਾਉਣਾ ਕਰੇਗੀ, ਜਿਸ ਕਰਕੇ ਖੋਟੀ ਮੱਤ ਤੇ ਅਪਣੱਤ ਜੋ ਤੂੰ ਧਾਰਨ ਕੀਤੀ ਹੋਈ ਹੈ, ਇਹ ਛੁੱਟ ਜਾਵੇਗੀ, ਭਾਵ ਨਿਵਰਤ ਹੋ ਜਾਏਗੀ। ਜਦੋਂ ਇਹ ਨਿਵਰਤ ਹੋ ਗਈ, ਇਹਨਾਂ ਤੋਂ ਛੁਟਕਾਰਾ ਪੈ ਗਿਆ, ਫਿਰ ਹੋਏ ਨਿਮਾਣੀ ਸੇਵ ਕਮਾਵੇ। ਅਤੇ ਨਿਮਾਣੀ ਮਾਣ ਤੋਂ ਰਹਿਤ ਹੋ ਕੇ ਸਤਿਗੁਰਾਂ ਦੀ ਸੇਵਾ ਕਮਾਉਣਾ ਕਰ, ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਤਾਂ ਤਦ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਦੇ ਮਨ ਵਿੱਚ ਪਿਆਰੀ ਹੋ ਸਕਦੀ ਹੈ। ਜੇ ਤੂੰ ਮਾਣ ਤੋਂ ਰਹਿਤ ਹੋ ਕੇ ਸਤਿਗੁਰਾਂ ਦੀ ਸੇਵਾ ਕਮਾਉਣਾ ਕਰੇਗੀ, ਤਦ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਦੇ ਮਨ ਵਿੱਚ ਪਿਆਰੀ ਹੋ ਸਕਦੀ ਹੈ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਹੇ ਸੁੰਦਰ ਸੋਹਣੇ ਸਾਧਨਾ, ਸੋਹਣੇ ਗੁਣਾਂ ਵਾਲੀਏ, ਸੁਣਨਾ ਕਰ। ਸ੍ਰੇਸ਼ਟ ਜਨਾਂ ਦੇ ਉਪਦੇਸ਼ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਵਾਲੇ ਹਨ। ਕਿ ਸਾਧੂ ਮਹਾਤਮਾ ਦੇ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਹਨ, ਇਹ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਵਾਲੇ ਹਨ, ਪਾਰ ਲੰਘਾਉਣ ਵਾਲੇ ਹਨ। ਤਿੰਨਾਂ ਬਚਨਾਂ ਦੀ ਕਮਾਈ ਕਰਕੇ ਦੁੱਖ ਭੂਖ ਮਿਟੈ ਤੇਰੋ ਸਹਿਸਾ। ਜੇ ਸਤਿਗੁਰਾਂ ਦੇ ਬਚਨ ਉਪਦੇਸ਼ ਕਮਾਏਗੀ, ਸੰਸਾਰ ਸਮੁੰਦਰ ਤੋਂ ਵੀ ਤਰ ਜਾਏਗੀ ਇਹਨਾਂ ਬਚਨਾਂ ਦੀ ਕਮਾਈ ਕਰਕੇ। ਤੇ ਦੁੱਖ ਭੂਖ ਮਿਟੈ ਤੇਰੋ ਸਹਿਸਾ। ਤੇਰੇ ਜੰਮਣ ਮਰਨ ਰੂਪੀ ਦੁੱਖ, ਆਸਾ ਤ੍ਰਿਸ਼ਨਾ ਰੂਪੀ ਭੁੱਖ ਅਤੇ ਪ੍ਰਾਣ ਭਰੇ ਗਤ ਵਿਪਰਜੇ ਆਦਿਕ ਸੰਸੇ ਮਿਟ ਜਾਣਗੇ। ਹੇ ਜਗਿਆਸੂ ਰੂਪੀ ਨਾਰੀ ਇਸਤਰੀਏ, ਜੇਕਰ ਤੂੰ ਹਿਰਦੇ ਨੂੰ ਸੁੱਖ ਦੇਣ ਵਾਲੀ ਭਗਤੀ ਨੂੰ ਕਰੇ, ਤਾਂ ਤੂੰ ਸੁੱਖ ਆਨੰਦ ਸਰੂਪ ਨੂੰ ਪਾ ਲਵੇਂਗੀ ਅਤੇ ਸੁਖ ਪਾਵੇ ਤੂੰ ਸੁਖ ਮਨ ਨਾਰੀ। ਜੋਗੀਆਂ ਦੀ ਕਲਪੀ ਹੋਈ ਸੁਖ ਮਨ ਨਾਰੀ, ਸੁਖਮਣਾ ਨਾੜੀ ਵਿੱਚ ਬਿਰਤੀ ਨੂੰ ਟਿਕਾ ਕੇ ਜੋਗੀਆਂ ਦੀ ਤਰ੍ਹਾਂ ਸੁਖ ਪਾਉਣਾ ਕਰੇਗੀ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ।
ਚਰਨ ਪਖਾਰ ਕਰੋ ਗੁਰ ਸੇਵਾ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪ੍ਰਤੱਖ ਜਾਂ ਪ੍ਰੇਮ ਰੂਪੀ ਜਲ ਨਾਲ ਧੋਣ ਰੂਪੀ ਸੇਵਾ ਕਰਨੀ ਕਰ, ਜਿਸ ਕਰਕੇ ਆਤਮ ਸੁਧ ਬਿਕ ਤਿਆਸ ਨਿਵਾਰੀ। ਜਿਸ ਕਰਕੇ ਤੇਰਾ ਆਤਮ ਮਨ ਸੁਧ ਉਜਲ ਹੋ ਜਾਏਗਾ। ਸਤਿਗੁਰ ਸਾਹਿਬ ਜੀ ਦੇ ਚਰਨਾਂ ਨੂੰ ਜਾਂ ਪ੍ਰੇਮ ਰੂਪੀ ਜਲ ਨਾਲ ਧੋਣ ਰੂਪੀ ਟਹਿਲ ਸੇਵਾ ਕਰਨੀ ਕਰ, ਜਿਸ ਕਰਕੇ ਤੇਰਾ ਮਨ ਸੁੱਧ ਹੋ ਜਾਏਗਾ, ਉਜਲ ਹੋ ਜਾਏਗਾ। ਤਿਆਸ ਨਿਵਾਰੀ, ਤੇ ਵਿਸ਼ਿਆਂ ਦੀ ਤਿਆਸ ਪਿਆਸ ਨਿਵਰਤ ਹੋ ਜਾਏਗੀ, ਵਿਸ਼ਿਆਂ ਤੋਂ ਰਹਿਤ ਹੋ ਜਾਵੇਗੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵਹਿ ਸੋਭਾ ਹਰ ਦੁਆਰੀ। ਹੇ ਜਗਿਆਸੂ ਰੂਪ ਇਸਤਰੀਏ, ਪਰਮੇਸ਼ਰ ਦੇ ਦਾਸਨ, ਦਾਸਾਂ ਦੇ ਦਾਸਾਂ ਦੀ ਵੀ ਦਾਸਰੀ, ਦਾਸੀ ਹੋਣਾ ਕਰ। ਜੇ ਤੂੰ ਪਰਮੇਸ਼ਰ ਨੂੰ ਮਿਲਣਾ ਚਾਹੁੰਦੀ ਹੈ ਕਿ ਪਰਮੇਸ਼ਰ ਦੇ ਦਾਸਾਂ ਦੀ ਵੀ ਦਾਸੀ ਹੋਣਾ ਕਰ। ਜੋ ਪਰਮੇਸ਼ਰ ਦੇ ਸੇਵਕ ਹਨ, ਉਹਨਾਂ ਦੇ ਦਾਸਾਂ ਦੀ ਮਨ ਬਾਣੀ ਸਰੀਰ ਕਰਕੇ ਦਾਸੀ ਹੋਣਾ ਕਰ। ਤਾਂ ਪਾਵਹਿ ਸੋਭਾ ਹਰ ਦੁਆਰੀ, ਤਾਂ ਤਦ ਪਰਮੇਸ਼ਰ ਦੇ ਦੁਆਰੇ ਸੱਚਖੰਡ ਵਿੱਚ ਵਡਿਆਈ ਪਾਉਣਾ ਕਰੇਗੀ। ਇਹੀ ਆਚਾਰ ਇਹੀ ਵਿਵਹਾਰਾ, ਇਹੋ ਹੀ ਸ੍ਰੇਸ਼ਟ ਆਚਰਣ ਹੈ ਅਤੇ ਇਹੋ ਹੀ ਸ੍ਰੇਸ਼ਟ ਵਿਵਹਾਰਾ ਵਪਾਰ ਹੈ। ਜੋ ਪਰਮੇਸ਼ਰ ਦੀ ਆਗਿਆ, ਪਰਮੇਸ਼ਰ ਦੀ ਰਜਾ ਮੰਨਣੀ ਹੈ। ਆਗਿਆ ਮਾਨ ਭਗਤ ਹੋਏ ਤੁਮਾਰੀ। ਜੋ ਪਰਮੇਸ਼ਰ ਦੀ ਆਗਿਆ ਰਜਾ ਮੰਨਣੀ ਹੈ, ਹੁਕਮ ਮੰਨਣਾ ਹੈ, ਰਜਾ ਵਿੱਚ ਚੱਲਣ ਕਰਕੇ ਤੁਹਾਰੀ ਤੇਰੀ ਭਗਤੀ ਸੰਪੂਰਨ ਹੋਵੇਗੀ। ਜੋ ਇਹੋ ਮੰਤਰ ਕਮਾਵੈ ਨਾਨਕ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜਾ ਸਾਡੇ ਇਸ ਮੰਤਰ, ਸਾਡੇ ਉਪਦੇਸ਼ ਨੂੰ ਕਮਾਉਣਾ ਕਰੇਗਾ, ਜੋ ਬਾਣੀ ਦੁਆਰਾ ਸਮਝਾਉਣਾ ਕੀਤਾ ਹੈ, ਜਿਹੜਾ ਇਸ ਉਪਦੇਸ਼ ਨੂੰ ਕਮਾਉਣਾ ਕਰੇਗਾ, ਸੋ ਭੌਜਲ ਪਾਰ ਉਤਾਰੀ। ਸੋ ਉਹ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ ਕਿ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਸਾਡੇ ਇਸ ਮੰਤਰ ਨੂੰ, ਇਸ ਉਪਦੇਸ਼ ਨੂੰ ਕਮਾਉਣਾ ਕਰੇਗਾ, ਸੋ ਭੌਜਲ ਪਾਰ ਉਤਾਰੀ। ਉਹ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਆਸਾ ਮਹੱਲਾ ਪੰਜਵਾ ਦੋਪਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਵਿੱਚ ਮਨੁੱਖਾ ਜਨਮ ਦੀ ਸਫਲਤਾ ਬਾਰੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੋ ਪਦੇ, ਦੋ ਪੌੜੀਆਂ ਵਾਲੇ ਸ਼ਬਦ ਉਚਾਰਦੇ ਹਨ ਮਹਾਰਾਜ ਗੁਰੂ ਅਰਜਨ ਦੇਵ ਜੀ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਕਹਿਣ ਲੱਗੇ, ਹੇ ਭਾਈ, ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਭਈ ਪ੍ਰਾਪਤ ਹੋਈ ਹੈ, ਮਿਲੀ ਹੋਈ ਹੈ। ਗੋਬਿੰਦ ਮਿਲਣ ਕੀ, ਇਹ ਗੋਬਿੰਦ ਪਰਮੇਸ਼ਰ ਨੂੰ ਮਿਲਣ ਦੀ ਤੇਰੀ ਬਾਰੀ ਹੈ। ਇਹ ਤੈਨੂੰ ਬਾਰੀ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ, ਮਿਲੀ ਹੋਈ ਹੈ, ਇਹ ਗੋਬਿੰਦ ਪਰਮੇਸ਼ਰ ਨੂੰ ਮਿਲਣ ਦੀ ਤੈਨੂੰ ਬਾਰੀ ਮਿਲੀ ਹੈ। ਹੇ ਜੀਵ, ਜੋ ਤੈਨੂੰ ਇਹੋ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਹ ਦੇਹੁਰੀਆ ਦੇਹਲੀ ਦੀ ਨਿਆਈ ਹੈ। ਭਾਵ ਜਿਵੇਂ ਦੇਹਲੀ ਤੇ ਖੜਾ ਮਨੁੱਖ ਅੰਦਰ ਬਾਹਰ ਦੋਵੇਂ ਪਾਸੇ ਜਾ ਸਕਦਾ ਹੈ, ਉਵੇਂ ਇਸ ਜਨਮ ਵਿੱਚ ਮੁਕਤੀ ਜਾਂ ਆਵਾਗਮਨ ਵਿੱਚ ਦੋਨੇ ਪਾਸੇ ਜਾ ਸਕਦਾ ਹੈ। ਚਾਹੋ ਮੁਕਤੀ ਵਾਲੇ ਪਾਸੇ,
ਵਗ ਜਾ। ਚਾਹੋ ਆਵਾ ਗਵਣ ਆਉਣ ਜਾਣ ਦੇ ਚੱਕਰ ਵਿੱਚ ਪੈ ਜਾ। ਜਿਵੇਂ ਦੇਹਲੀ ਤੇ ਦੀਵਾ ਹੁੰਦਾ ਹੈ, ਦੋਨੇ ਪਾਸੇ ਚਾਨਣ ਕਰਦਾ ਹੈ, ਇਸੇ ਤਰ੍ਹਾਂ ਹੈ ਜੀਵ ਤੂੰ ਦੇਹਲੀ ਤੇ ਖੜਾ ਹੈ, ਜਿਹੜੀ ਇਹ ਮਨੁੱਖਾ ਦੇਹੀ ਮਿਲੀ ਹੈ ਤੈਨੂੰ। ਚਾਹੋ ਤੂੰ ਆਵਾਗਮਨ ਦੇ ਚੱਕਰ ਵਿੱਚ ਚਲਿਆ ਜਾ, ਬੁਰੇ ਕੰਮ ਕਰਕੇ, ਮਾੜੇ ਕਰਮ ਕਰਕੇ, ਚਾਹੇ ਚੰਗੇ ਕਰਮ ਕਰਕੇ, ਭਜਨ ਬੰਦਗੀ ਕਰਕੇ ਮੁਕਤੀ ਵਾਲੇ ਪਾਸੇ ਚਲਿਆ ਜਾ, ਇਹ ਤੈਨੂੰ ਬਾਰੀ ਮਿਲੀ ਹੈ। ਮਹਾਰਾਜ ਜੀ ਕਹਿਣ ਲੱਗੇ, ਉਵੇਂ ਇਸ ਜਨਮ ਵਿੱਚ ਮੁਕਤੀ ਦਾ ਆਵਾਗਮਨ ਵਿੱਚ ਦੋਵੇਂ ਪਾਸੇ ਜਾ ਸਕਦਾ ਹੈ। ਇਸ ਦੇਹੀ ਨੂੰ ਪਾ ਕੇ ਸਿਮਰਨ ਭਜਨ ਕਰ, ਨਹੀਂ ਤਾਂ ਤੇਰੇ ਭਾਈ ਜਮਦੂਤ ਹੁਨਰੀ ਪੈਰਾਂ ਦੀ ਸੱਟ ਮਾਰਨਗੇ ਕਿ ਤੈਨੂੰ ਫੇਰ ਰੁਲਦੇ ਨੂੰ ਹੀ ਲੈ ਜਾਣਗੇ। ਇਸ ਕਰਕੇ ਗੋਬਿੰਦ ਅਕਾਲ ਪੁਰਖ ਨੂੰ ਮਿਲਣ ਲਈ ਤੈਨੂੰ ਇਹ ਬਾਰੀ ਭਾਵ ਖੁੱਲ੍ਹਾ ਦਰਵਾਜ਼ਾ ਮਿਲਿਆ ਹੈ। ਜੈਸਾ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਕਿ ਮਾਨਸ ਦੇਹ ਲਹੀ, ਫਿਰਦਿਆਂ ਫਿਰਦਿਆਂ ਨੂੰ ਬਹੁਤ ਯੁੱਗ ਲੰਘ ਗਏ ਹਨ। ਮਾਨਸ ਦੇਹ ਲਹੀ, ਕਿ ਇਹ ਮਾਨਸ ਮਨੁੱਖਾ ਦੇਹੀ ਬੜੇ ਸਮਿਆਂ ਬਾਅਦ ਮਿਲੀ ਹੈ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਹੁਣ ਤੂੰ ਸਿਮਰਤ ਕਿਉਂ ਨਹੀਂ ਕਰਦਾ, ਜਦੋਂ ਤੈਨੂੰ ਗੋਬਿੰਦ ਪਰਮੇਸ਼ਰ ਦੇ ਮਿਲਣ ਦੀ ਵਾਰੀ ਮਿਲੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਕਿ ਜਗਦੀਸ਼ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਮਿਲੀ ਹੈ। ਚਿਰੰਕਾਲ ਬੜੇ ਚਿਰਾਂ ਤੋਂ ਇਹ ਵਾਰੀ ਤੈਨੂੰ ਮਿਲਣਾ ਕੀਤੀ ਹੈ। ਕਿ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਜਿਸ ਪ੍ਰਕਾਰ ਇੱਕ ਰਾਜੇ ਦਾ 84 ਦਰਵਾਜ਼ਿਆਂ ਵਾਲਾ ਕਿਲਾ ਬਣਾਇਆ ਹੋਇਆ ਸੀ, ਦ੍ਰਿਸ਼ਟਾਂਤ ਦਿੱਤਾ ਹੋਇਆ ਹੈ। 84 ਲੱਖ ਜੂਨਾਂ ਹਨ, ਇਹਨਾਂ ਦੇ ਵਿੱਚੋਂ ਮੁਕਤੀ ਪਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਦਿੱਤਾ ਹੋਇਆ ਹੈ ਕਿ ਜਿਸ ਪ੍ਰਕਾਰ ਇੱਕ ਰਾਜੇ ਦਾ 84 ਦਰਵਾਜ਼ਿਆਂ ਵਾਲਾ ਕਿਲਾ ਬਣਾਇਆ ਹੋਇਆ ਸੀ, ਜਿਸ ਦਾ ਇੱਕ ਦਰਵਾਜ਼ਾ ਖੁੱਲ੍ਹਾ ਅਤੇ ਬਾਕੀ ਸਾਰੇ ਦਰਵਾਜ਼ੇ ਬੰਦ ਸਨ। ਖੁੱਲ੍ਹੇ ਦਰਵਾਜ਼ੇ ਉੱਪਰ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ। ਉਸ ਕਿਲੇ ਵਿੱਚ ਇੱਕ ਅੱਖਾਂ ਤੋਂ ਅੰਨਾ, ਹੱਥਾਂ ਤੋਂ ਟੁੰਡਾ ਅਤੇ ਸਿਰੋਂ ਗੰਜਾ ਆਦਮੀ ਪ੍ਰਵੇਸ਼ ਹੋ ਗਿਆ। 84 ਦਰਵਾਜ਼ਿਆਂ ਵਾਲੇ ਉਸ ਕਿਲੇ ਵਿੱਚ ਵੜ ਗਿਆ। ਇੱਧਰ ਉੱਧਰ ਠੋਕਰਾਂ ਖਾ ਕੇ ਦੁਖੀ ਹੋ ਕੇ ਪੁਕਾਰ ਕੀਤੀ ਕਿ ਕੋਈ ਮੇਰੇ ਤੇ ਤਰਸ ਕਰਕੇ ਮੈਨੂੰ ਇਸ ਕਿਲੇ ਵਿੱਚੋਂ ਬਾਹਰ ਜਾਣ ਦਾ ਰਸਤਾ ਦੱਸ ਦੇਵੇ। ਤਾਂ ਇੱਕ ਪੁਰਸ਼ ਨੇ ਉਸ ਦੀ ਪੁਕਾਰ ਸੁਣ ਕੇ ਉਸ ਤੇ ਦਇਆ ਕੀਤੀ ਤੇ ਜੁਗਤੀ ਦੱਸੀ ਕਿ ਆਪਣੇ ਸਾਬਤ ਹੱਥ ਨਾਲ ਕਿਲੇ ਦੀ ਕੰਧ ਨੂੰ ਟੋਂਦਾ ਜਾਵੀਂ, ਜਿਹੜਾ ਬੂਹਾ ਖੁੱਲ੍ਹਾ ਮਿਲੇ ਉਸ ਦੇ ਵਿੱਚੋਂ ਬਾਹਰ ਲੰਘ ਜਾਵੀਂ। ਇਹ ਆਦਮੀ ਉਸ ਦੀ ਗੱਲ ਸੁਣ ਕੇ ਕੰਧ ਨੂੰ ਟੋਂਦਾ ਹੋਇਆ ਤੁਰ ਪਿਆ। ਸਾਰੇ ਬੰਦ ਦਰਵਾਜ਼ੇ ਮਿਲਦੇ ਗਏ। ਅਖੀਰ ਜਦੋਂ ਖੁੱਲ੍ਹੇ ਦਰਵਾਜ਼ੇ ਕੋਲ ਪਹੁੰਚਿਆ ਤਾਂ ਐਸੀ ਕਰਮਾਂ ਦੀ ਮਾਰ ਪਈ, ਇਸ ਦਾ ਸਾਬਤ ਹੱਥ ਮਖਿਆਲ ਵਿੱਚ ਜਾ ਵੱਜਿਆ। ਮੱਖੀਆਂ ਉੱਡੀਆਂ ਤੇ ਇਸ ਦੇ ਗੰਜੇ ਸਿਰ ਵਿੱਚ ਡੰਗ ਮਾਰਿਆ। ਜਿਹੜੀ ਬਾਂਹ ਨਾਲ ਟੋਂਦਾ ਜਾਂਦਾ ਸੀ ਉਸੇ ਨਾਲ ਸਿਰ ਤੇ ਖੁਰਕ ਕਰਨ ਲੱਗ ਪਿਆ ਤੇ ਤੁਰਦਾ ਹੋਇਆ ਖੁੱਲ੍ਹਾ ਦਰਵਾਜ਼ਾ ਛੱਡ ਕੇ ਮੁੜ ਕੇ ਫੇਰ ਚੱਕਰ ਵਿੱਚ ਪੈ ਗਿਆ। ਇਸੇ ਪ੍ਰਕਾਰ ਪਾਤਸ਼ਾਹਾਂ ਦੇ ਪਾਤਸ਼ਾਹ ਪਰਮੇਸ਼ਰ ਨੇ ਸੰਸਾਰ ਰੂਪੀ ਕਿਲਾ ਬਣਾਇਆ ਹੋਇਆ ਹੈ, ਜਿਸ ਦੇ 84 ਲੱਖ ਜੂਨਾਂ ਰੂਪੀ 84 ਬੂਹੇ ਹਨ। ਇਸ ਵਿੱਚ ਮਨੁੱਖਾ ਸਰੀਰ ਰੂਪੀ ਦਰਵਾਜ਼ਾ ਹੀ ਪਰਮੇਸ਼ਰ ਨੂੰ ਮਿਲਣ ਰੂਪੀ ਖੁੱਲ੍ਹਿਆ ਹੋਇਆ ਹੈ। ਬਾਕੀ ਜੂਨਾਂ ਬੰਦ ਬੂਹਿਆਂ ਦੀ ਨਿਆਈ ਹਨ। ਇਸ ਵਿੱਚ ਜੀਵ ਬੈਰਾਗ ਵਿਵੇਕ ਦੇ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਹੈ। ਅੰਤਸ ਕਾਰਨ ਹਿਰਦੇ ਰੂਪੀ ਸਿਰ ਸਰਦਾ ਆਦਿਕ ਸੁਭ ਗੁਣਾ ਰੂਪੀ
ਕੇਸਾਂ ਤੋਂ ਬਿਨਾ ਹੋਣ ਕਰਕੇ ਗੰਜਾ ਹੈ। ਪ੍ਰੇਮ ਰੂਪੀ ਹੱਥ ਤੋਂ ਬਿਨਾ ਟੁੰਡਾ ਹੈ। ਸ਼ਬਦ ਸਪਰਸ ਆਦ ਵਿਸ਼ੇ ਰੂਪੀ ਸ਼ਹਿਦ ਦਾ ਛੱਤਾ ਹੈ। ਜਿਸ ਵੇਲੇ ਮਾਇਆ ਰੂਪੀ ਮੱਖੀਆਂ ਨੇ ਸੰਕਲਪ ਰੂਪ ਡੰਗ ਮਾਰਿਆ ਤਾਂ ਜੀਵ ਭੋਗਾਂ ਦੀ ਇੱਛਾ ਰੂਪੀ ਖੁਰਾਕ ਕਰਦਾ ਹੋਇਆ ਮਨੁੱਖਾ ਜਨਮ ਨੂੰ ਬੇਅਰਥ ਗਵਾ ਕੇ ਮੁੜ 84 ਲੱਖ ਜੂਨਾਂ ਦੇ ਚੱਕਰ ਵਿੱਚ ਪੈ ਗਿਆ। ਪਰੰਤੂ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਮਾਇਆ ਆਦਿਕ ਪਦਾਰਥਾਂ ਤੋਂ ਦੁਖੀ ਹੋ ਕੇ ਸਤ ਸੰਗਤ ਦੁਆਰਾ ਗੁਰੂ ਸਾਹਿਬ ਜੀ ਅੱਗੇ ਪੁਕਾਰ ਕੀਤੀ ਹੈ, ਉਹਨਾਂ ਤਾਈਂ ਦਿਆਲੂ ਸਤਿਗੁਰੂ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦੇ ਮਨਾਂ ਨੂੰ ਵਿਕਾਰਾਂ ਵੱਲੋਂ ਮੋੜ ਕੇ 84 ਤੋਂ ਕਿਹੜਾ ਛਡਾ ਕੇ ਮੁਕਤ ਕਰ ਦਿੱਤਾ ਹੈ। ਭਾਵ ਸਰਦਾ ਆਦਿਕ ਸ਼ੁਭ ਗੁਣਾਂ ਦੇ ਗੰਜ ਠੀਕ ਕਰ ਦਿੱਤੇ ਹਨ। ਪ੍ਰੇਮ ਰੂਪੀ ਹੱਥ ਦੇ ਕੇ ਅੰਗ ਸਾਬਤ ਕਰ ਦਿੱਤੇ ਹਨ। ਬੈਰਾਗ ਵਿਵੇਕ ਦੇ ਨੇਤਰ ਦੇ ਕੇ ਪਰਮੇਸ਼ਰ ਦੇ ਦਰਸ਼ਨ ਦੇ ਅਧਿਕਾਰੀ ਬਣਾ ਦਿੱਤਾ ਹੈ। ਆਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਜੀ ਕਹਿਣ ਲੱਗੇ ਆਵਰ ਹੋਰ ਦੁਨਿਆਵੀ ਜਿਹੜੇ ਹੋਰ ਦੁਨੀਆਦਾਰੀ ਦੇ ਕਾਜ ਕੰਮ ਤੇਰੇ ਪਰਲੋਕ ਦੇ ਰਸਤੇ ਵਿੱਚ ਕਿਸੇ ਵੀ ਕੰਮ ਨਹੀਂ ਆਉਣਗੇ। ਆਵਰ ਕਾਜ ਤੇਰਾ ਕਿਤੈ ਨਾ ਕਾਮ, ਕਿ ਹੇ ਭਾਈ ਆਵਰ ਹੋਰ ਦੁਨੀਆਦਾਰੀ ਦੇ ਕੰਮ ਤੇਰੇ ਪਰਲੋਕ ਦੇ ਰਸਤੇ ਕਿਸੇ ਕੰਮ ਨਹੀਂ ਆਉਣਗੇ। ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਲਈ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਗੁਰੂਆਂ ਦੀ ਸੰਗਤ ਵਿੱਚ ਮਿਲ ਕੇ ਕੇਵਲ ਸਿਰਫ ਪਰਮੇਸ਼ਰ ਦੇ ਨਾਮ ਨੂੰ ਭਜ ਹੁੰਦਾ ਜਪਣਾ ਕਰ, ਕਿਉਂਕਿ ਇਸ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਜਹ ਮਾਤ ਪਿਤਾ ਸਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਿਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਕੇਵਲ ਇੱਕ ਨਾਮ ਹੀ ਤੇਰੇ ਨਾਲ ਸਾਥੀ ਬਣ ਕੇ ਚੱਲੇਗਾ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਹੇ ਭਾਈ ਸਰੰਜਾਮ ਲਾਗ ਭਵ ਜਲ ਤਰਨ ਕੈ। ਭਵ ਜਲ ਸੰਸਾਰ ਸਮੁੰਦਰ ਤੋਂ ਧਰਨ ਦੇ ਸਰੰਜਾਮ ਉਦਮ ਇੰਤਜ਼ਾਮ ਬੰਦੋਬਸਤ ਵਿੱਚ ਲੱਗਣਾ ਕਰ। ਕਿ ਹੇ ਭਾਈ ਸੰਸਾਰ ਸਮੁੰਦਰ ਤੋਂ ਤਰਨ ਦੇ ਉਦਮ ਵਿੱਚ ਇੰਤਜ਼ਾਮ ਵਿੱਚ ਬੰਦੋਬਸਤ ਵਿੱਚ ਲੱਗਣਾ ਕਰ, ਕਿਉਂਕਿ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਕਿਉਂਕਿ ਮਾਇਆ ਦੇ ਰੰਗ ਮਾਇਆ ਦੇ ਪ੍ਰੇਮ ਵਿੱਚ ਲੱਗਣ ਨਾਲ ਤੇਰਾ ਮਨੁੱਖਾ ਜਨਮ ਬਿਰਥਾ ਬੇਅਰਥ ਹੀ ਜਾ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ ਕਹਿਣ ਲੱਗੇ ਕਿ ਗੁਰਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਉਪਾਅ ਦੱਸੋ ਮਹਾਰਾਜ। ਤਾਂ ਸਤਿਗੁਰਾਂ ਨੇ ਕਿਹਾ ਕਿ ਉਸ ਪ੍ਰਭੂ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਮਹਾਰਾਜ ਜੀ ਕਹਿਣ ਲੱਗੇ ਇਸ ਪ੍ਰਕਾਰ ਬੇਨਤੀਆਂ ਕਰੋ, ਕਹਿਣਾ ਕਰੋ, ਹੇ ਮਹਾਰਾਜ ਨਾ ਮੈਂ ਬਾਣੀ ਕਰਕੇ ਜਾਪ, ਨਾ ਮੈਂ ਸਰੀਰ ਕਰਕੇ ਤਾਪ ਤਪੱਸਿਆ, ਨਾ ਹੀ ਸੰਜਮ ਇੰਦਰੀਆਂ ਦਾ ਦਮਨ ਕੀਤਾ ਹੈ ਅਤੇ ਨਾ ਹੀ ਧਰਮ ਨੂੰ ਕਮਾਉਣਾ ਕੀਤਾ ਹੈ। ਭਾਵ ਧਰਮ ਦੇ ਨਿਯਮ ਨਹੀਂ ਧਾਰਨ ਕੀਤੇ, ਨਿਸਕਾਮ ਕਰਮ ਰੂਪੀ ਧਰਮ ਨਹੀਂ ਕਮਾਇਆ, ਪਰਮੇਸ਼ਰ ਦਾ ਨਾਮ ਜਪਣ ਰੂਪੀ ਸਭ ਤੋਂ ਸ੍ਰੇਸ਼ਟ ਧਰਮ ਨਹੀਂ ਕਮਾਇਆ। ਹੇ ਰਾਇਆ ਰਾਜਾ ਸਰੂਪ ਪਰਮੇਸ਼ਰ ਜੀ, ਨਾ ਮੈਂ ਸ੍ਰੇਸ਼ਟ ਜਨਾਂ ਦੀ ਸਾਧ ਸੰਗਤ ਦੀ ਸੇਵਾ ਕੀਤੀ ਤੇ ਨਾ ਹੀ ਮੈਂ ਤੇਰੇ ਗਿਆਨ ਸਰੂਪ ਨੂੰ ਜਾਣਨਾ ਕੀਤਾ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਕਿ ਐਸੇ ਬੇਨਤੀਆਂ ਕਰੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਭਾਈ ਨਿਮਰਤਾ ਅਤੇ ਪ੍ਰੇਮ ਨਾਲ ਕਹਿਣਾ ਕਰੋ
ਕਿ हे ਮਹਾਰਾਜ ਹਮ ਨੀਚ ਕਰਮਾਂ, ਹਮ ਅਸੀਂ ਨੀਚ ਨੀਵੇਂ ਨਿਖਿੱਧ ਕਰਮਾਂ ਵਾਲੇ ਹਾਂ, ਪਰੰਤੂ ਹੁਣ ਅਸੀਂ ਸਰਨ ਪਰੇ ਕੀ ਰਾਖੋ ਸ਼ਰਮਾ, ਕਿ ਅਸੀਂ ਤੁਹਾਡੀ ਸਰਨ ਪਨਾਹ ਓਟ ਵਿੱਚ ਆ ਕੇ ਪਏ ਹਾਂ, ਇਸ ਕਰਕੇ ਸਰਨੀ ਪਿਆਂ ਦੀ ਸ਼ਰਮਾ ਲਾਜ ਰੱਖਣੀ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੁਆਰਾ ਸਮਝਾਉਣਾ ਕੀਤਾ ਹੈ। ਕਹੋ ਨਾਨਕ ਹਮ ਨੀਚ ਕਰਮਾਂ, ਸਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ हे ਭਾਈ, ਨਿਮਰਤਾ ਅਤੇ ਪ੍ਰੇਮ ਨਾਲ ਕਹਿਣਾ ਕਰੋ ਕਿ हे ਮਹਾਰਾਜ ਅਸੀਂ ਨੀਚ ਨੀਵੇਂ ਨਿਖਿੱਧ ਕਰਮਾਂ ਵਾਲੇ ਹਾਂ, ਪਰੰਤੂ ਹੁਣ ਅਸੀਂ ਤੁਹਾਡੀ ਸਰਨ ਵਿੱਚ ਓਟ ਵਿੱਚ ਪਨਾਹ ਵਿੱਚ ਆ ਕੇ ਪਏ ਹਾਂ, ਇਸ ਕਰਕੇ ਸਰਨੀ ਆਇਆਂ ਦੀ ਲਾਜ ਰੱਖਣੀ ਕਰੋ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਇਸ 84 ਲੱਖ ਦੇ ਗੇੜ ਵਿੱਚੋਂ ਨਿਕਲਣ ਵਾਸਤੇ ਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਬਾਣੀ ਪੜ੍ਹ